सतनाम श्री वाहिगुरु साहिब जी। का खालसा वाहिगुरु जी की फतेह। परम सत्कारयोग गुरु रूप गुरु खालसा साध संगत जी, ਸਾਡੇ ਤੁਹਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ ਜੋ ਆਪਾਂ ਨੂੰ ਪੂਰਨ ਬ੍ਰਹਮ ਗਿਆਨੀ ਰਾਜ ਜੋਗੀ ਤਤਵੇਤੇ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਦੋਨੋਂ ਹੀ ਪੂਰਨ ਮਹਾਪੁਰਖਾਂ ਦੇ ਪਾਵਨ ਪਵਿੱਤਰ ਜੀਵਨ ਰੂਹਾਨੀ ਸੰਦੇਸ਼ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿਵੇਂ ਨਿੰਦਕ ਪੁਰਸ਼ਾਂ ਨੇ ਮਹਾਪੁਰਸ਼ਾਂ ਦੇ ਬਾਬਤ ਕਿਤਨੇ ਐਲੀਗੇਸ਼ਨ ਲਾਉਣੇ ਕੀਤੇ, ਪਰ ਮਹਾਪੁਰਖਾਂ ਦੀ ਮਹਿਮਾ ਦਿਨ ਦਿਨ ਚੜ੍ਹੇ ਸਵਾਈ ਵਾਂਗੂ ਦਿਨ ਪ੍ਰਤੀ ਦਿਨ ਵੱਧਦੀ ਹੀ ਗਈ। ਮਹਾਪੁਰਸ਼ਾਂ ਦੀ ਜੈ ਜੈਕਾਰ ਜਗਤ ਵਿੱਚ ਹੋ ਰਹੀ ਸੀ। ਨਿੰਦਕ ਪੁਰਸ਼ ਵੀ ਇੱਕ ਇੱਕ ਦੋ ਦੋ ਕਰਕੇ ਆਖਰ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆ ਕੇ ਢਹਿੰਦੇ ਹਨ। ਅੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਪੰਡਿਤ ਕਰਤਾਰ ਸਿੰਘ ਜੀ ਦਾਖਾ, ਜੋ ਕਿ ਸਿੱਖ ਪੰਥ ਦੇ ਬਹੁਤ ਤਕੜੇ ਉੱਘੇ ਵਿਦਵਾਨ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਬੜੇ ਸੁੰਦਰ ਵਧੀਆ ਤਰੀਕੇ ਦੇ ਨਾਲ ਗੁਰੂ ਘਰ ਦਾ, ਗੁਰਬਾਣੀ ਦਾ, ਗੁਰੂ ਮਹਾਰਾਜ ਦੇ ਜੀਵਨ ਦਾ ਪ੍ਰਚਾਰ ਸੰਸਾਰ ਤੇ ਕੀਤਾ। ਕਿਵੇਂ ਸੰਸਕ੍ਰਿਤੀ ਵਿੱਚ ਵਿਆਖਿਆ ਕੀਤੀ। ਅੱਜ ਉਹ ਮਹਾਪੁਰਸ਼ ਸੰਸਾਰ ਦੇ ਵਿੱਚ ਵਿਚਰਦੇ ਹੋਏ ਜਿਵੇਂ ਰਾੜਾ ਸਾਹਿਬ ਦੀ ਢੱਕੀ ਦੇ ਵਿੱਚ ਚਰਨ ਪਾਉਂਦੇ ਐ, ਔਰ ਮਹਾਰਾਜ ਜੀਆਂ ਦੇ ਚਰਨ ਰਸਨਾ ਹਸਤ ਕਮਲਾਂ ਮਸਤ ਰੇਖਾਵਾਂ ਬਾਰੇ ਬਚਨ ਕਰਦੇ ਐ। ਧਿਆਨ ਨਾਲ ਸਰਵਣ ਕਰਨਾ ਕਰੋ ਜੀ। ਕਾਂਡ 10ਵਾਂ। ਪੰਡਿਤ ਕਰਤਾਰ ਸਿੰਘ ਜੀ ਦਾਖਾ ਤਿਨਾਂ ਵੱਲੋਂ ਜੋਤਿਸ਼ ਦੇ ਆਧਾਰਿਤ ਦੇ ਭਵਿੱਖ ਵਾਕ ਰਾੜੇ ਦੇ ਢੱਕੀ ਵਿੱਚ ਸੰਤ ਜੀ ਮਹਾਰਾਜ ਦੇ ਚਰਨ ਪੈਣ ਕਰਕੇ ਇਲਾਕੇ ਵਿੱਚ ਹੋਰ ਵੀ ਵਾਤਾਵਰਣ ਬਦਲ ਗਿਆ। ਪਿੰਡਾਂ ਵਿੱਚ ਸਵੇਰੇ ਇਸ਼ਨਾਨ ਵਾਸਤੇ ਖੂਹਾਂ ਤੇ ਢੋਲ ਖੜਕਣ ਲੱਗ ਪਏ। ਗੁਰਦੁਆਰੇ ਸਾਹਿਬ ਢੋਲਕੀ ਚਿਮਟੇ ਵਜਾ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਆਸੇ ਪਾਸੇ ਦੇ ਨਗਰਾਂ ਦੀ ਸੰਗਤ ਹਰ ਰੋਜ਼ ਸ਼ਾਮ ਨੂੰ ਕਥਾ ਕੀਰਤਨ ਦੇ ਸਮੇਂ ਡੇਰੇ ਆ ਕੇ ਹਾਜ਼ਰੀ ਭਰਦੀ। ਖਾਸ ਕਰਕੇ ਕਟਾਰੀ ਤੇ ਘਣਗਸਾਂ ਦੇ ਕਈ ਸ਼ਰਧਾਵਾਨ ਪ੍ਰੇਮੀ ਤਾਂ ਹਜ਼ੂਰੀ ਦੇ ਵਿੱਚ ਰਹਿ ਕਰਕੇ ਸੇਵਾ ਦਾ ਲਾਭ ਪ੍ਰਾਪਤ ਕਰਨ ਲੱਗੇ। ਘਣਗਸਾ ਨਗਰ ਦਾ ਡਾਕਟਰ ਸਰੂਪ ਸਿੰਘ, ਜਿਸ ਦਾ ਲੜਕਾ ਮੇਜਰ ਪੂਰਨ ਸਿੰਘ, ਜੋ ਪਹਿਲਾਂ ਪਟਿਆਲੇ ਸੰਤ ਜੀ ਮਹਾਰਾਜ ਦਾ ਹਮਜਮਾਤੀ ਸੀ, ਇਹ ਸਾਰਾ ਪਰਿਵਾਰ ਤਾਂ ਸੰਤ ਜੀ ਮਹਾਰਾਜ ਦਾ ਅਤਿਅੰਤ ਸ਼ਰਧਾਲੂ ਬਣ ਗਿਆ। 1930 ਈਸਵੀ ਬਸੰਤ ਪੰਚਮੀ ਨੂੰ ਇਹਨਾਂ ਦੀ ਲੜਕੀ ਬੇਅੰਤ ਕੌਰ ਦਾ ਵਿਆਹ ਸੀ ਤੇ ਦਾਖੇ ਨਗਰ ਤੋਂ ਬਰਾਤ ਆਉਣੀ ਸੀ। ਸੋ ਸਾਧ ਸੰਗਤ ਜੀ ਸਰਦਾਰ ਗੁਰਬਖਸ਼ ਸਿੰਘ ਜੀ, ਜੋ ਸਕੂਲ ਦੀ ਪੜ੍ਹਾਈ ਦੇ ਸਮੇਂ ਪਟਿਆਲੇ ਸੰਤ ਜੀ ਮਹਾਰਾਜ ਦੇ ਕਲਾਸ ਫੈਲੋ ਸਨ, ਉਹਦੇ ਨਾਲ ਬਰਾਤੀਆਂ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਵਿਦਵਾਨ
ਪੰਡਿਤ ਕਰਤਾਰ ਸਿੰਘ ਜੀ ਦਾਖਾ ਵੀ ਆਏ। ਪੰਡਿਤ ਕਰਤਾਰ ਸਿੰਘ ਜੀ ਨੇ ਭਾਵੇਂ ਅਜੇ ਤੱਕ ਸੰਤ ਜੀ ਮਹਾਰਾਜ ਦਾ ਦੀਦਾਰ ਨਹੀਂ ਸੀ ਕੀਤਾ, ਪਰ ਅਸਥਾਨ ਦੀ ਮਰਿਆਦਾ ਤੇ ਹਜ਼ੂਰ ਦਾ ਪਾਵਨ ਜਸ ਬੜਾ ਸੁਣਿਆ ਸੀ। ਕਣਗਸਾ ਨਗਰ ਇਲਾਕੇ ਦੇ ਪ੍ਰੇਮੀ ਤੇ ਘਰ ਵਾਲਿਆਂ ਤੋਂ ਸੰਤ ਜੀ ਮਹਾਰਾਜ ਦੀ ਮਹਿਮਾ ਸੁਣ ਕੇ ਦਰਸ਼ਨ ਕਰਨ ਦੀ ਤੀਬਰ ਇੱਛਾ ਪ੍ਰਗਟ ਹੋ ਗਈ। ਸਿਆਲੇ ਦਾ ਮੌਸਮ ਸੀ। ਸੂਰਜ ਦੀ ਉਭਾਰ ਨਾਲ ਸਵਖਤੇ 5-7 ਸਰੀਰ ਆਪਣੇ ਨਾਲ ਲੈ ਕੇ ਢੱਕੀ ਵੱਲ ਆ ਗਿਆ। ਇਧਰੋਂ ਸ਼੍ਰੀ ਹਜ਼ੂਰ ਰੋਜ਼ ਦੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ 1 ਵਜੇ ਇਸ਼ਨਾਨ ਕਰਨ ਤੋਂ ਬਾਅਦ ਨਾਲ ਦੇ ਜਗਿਆਸੂ ਪ੍ਰੇਮੀਆਂ ਸਮੇਤ ਨਹਿਰ ਦੇ ਕੰਢੇ ਰਾੜੇ ਵਾਲੇ ਪਾਸੇ ਉੱਚੇ ਟਿੱਬੇ ਦੀ ਢਾਲ ਟੱਕਾਂ ਵਿੱਚ ਰੱਬੀ ਯਾਦ ਵਿਖੇ ਲੀਨ ਹੋਏ ਬੈਠੇ ਸਨ। ਪੰਡਿਤ ਜੀ ਨੇ ਪਾਸ ਆ ਕੇ ਇੱਕ ਸਿੰਘ ਨੂੰ ਪੁੱਛਣਾ ਕੀਤਾ, ਜੋ ਕੁਝ ਕੁ ਫਾਸਲੇ ਤੇ ਟਹਿਲ ਰਿਹਾ ਸੀ, ਨਿਤਨੇਮ ਦੀ ਬਾਣੀ ਦਾ ਪਾਠ ਕਰ ਰਿਹਾ ਸੀ, ਸੰਤ ਜੀ ਮਹਾਰਾਜ ਦਾ ਦਰਸ਼ਨ ਹੋ ਸਕਦਾ ਹੈ? ਉਹਨੇ ਕਿਹਾ ਕਿ ਹਜ਼ੂਰੀਏ ਸੇਵਾਦਾਰ ਤੋਂ ਪੁੱਛਣਾ ਪਏਗਾ। ਆਪ ਜੀ ਪੁੱਛੋ। ਉਸ ਸਮੇਂ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਬਾਬਾ ਨਾਰ ਸਿੰਘ ਜੀ ਭੁੱਟੇ ਵਾਲੇ ਹਾਜ਼ਰ ਸਨ। ਜਦੋਂ ਉਹਨਾਂ ਤੋਂ ਆ ਕੇ ਪੁੱਛਿਆ ਤਾਂ ਉਹਨਾਂ ਨੇ ਉੱਤਰ ਦਿੱਤਾ, ਤੁਹਾਨੂੰ ਦਰਸ਼ਨਾਂ ਵਾਸਤੇ ਕੁਝ ਕੁ ਸਮਾਂ ਉਡੀਕ ਕਰਨੀ ਪਏਗੀ, ਕਿਉਂਕਿ ਸੰਤ ਜੀ ਮਹਾਰਾਜ ਤਿਨਾਂ ਨੂੰ ਸਮਾਧੀ ਵਿੱਚ ਬੈਠਿਆਂ ਕੋਈ ਬੁਲਾ ਨਹੀਂ ਸਕਦਾ। ਜਦੋਂ ਆਪਣੀ ਮਰਜ਼ੀ ਆਪਣੀ ਮੌਜ ਵਿੱਚ ਆ ਕੇ ਗੜਵੇ ਦਾ ਕੁੰਡਾ ਖੜਕਾਣਗੇ, ਅਸੀਂ ਇਸ਼ਾਰਾ ਸਮਝਾਂਗੇ ਤੇ ਪਾਸ ਚਲੇ ਜਾਵਾਂਗੇ। ਜਦੋਂ ਪੰਡਤ ਜੀ ਨੂੰ ਬੈਠਿਆਂ ਅੱਧਾ ਕੁ ਘੰਟਾ ਹੋ ਗਿਆ, ਫਿਰ ਹਜ਼ੂਰ ਨੇ ਸੇਵਾਦਾਰ ਨੂੰ ਇਸ਼ਾਰਾ ਕੀਤਾ। ਉਸਨੇ ਪਾਸ ਆ ਕੇ ਨਮਸਕਾਰ ਕਰਕੇ ਪੰਡਤ ਜੀ ਵੱਲੋਂ ਅਰਜ਼ ਕੀਤੀ। ਸੰਤ ਜੀ ਨੇ ਆਗਿਆ ਦੇ ਕੇ ਪੰਡਤ ਜੀ ਨੂੰ ਪਾਸ ਬੁਲਾ ਲਿਆ। ਇਹਨਾਂ ਨੇ ਅੱਗੇ ਜਾ ਕੇ ਨਾਲ ਆਏ ਸੱਜਣਾ ਸਮੇਤ ਨਮਸਕਾਰ ਕੀਤੀ। ਉਪਰੰਤ ਪਰਸਪਰ ਭਾਵਨਾ ਨਾਲ ਮਿਲ ਕੇ ਬਚਨ ਵਿਲਾਸ ਕੀਤੇ। ਇੱਕ ਦੋ ਪ੍ਰੇਮੀ ਨੇ ਅਰਜ਼ ਕੀਤੀ, ਮਹਾਰਾਜ ਇਹ ਸੰਸਕ੍ਰਿਤ ਦੇ ਮਹਾਨ ਵਿਦਵਾਨ ਪੰਡਿਤ ਹਨ। ਹਜ਼ੂਰ ਨੇ ਮੁਸਕਰਾ ਕੇ ਉੱਤਰ ਦਿੱਤਾ, ਪੰਡਿਤ ਤਾਂ ਪਰਮੇਸ਼ਰ ਨੂੰ ਕਹੀਦਾ ਹੈ, ਪੜਿਆ ਪੰਡਿਤ ਆਪ ਥੀਆ। ਬੜੀ ਚੰਗੀ ਗੱਲ ਹੈ ਜੇਕਰ ਵਿਦਿਆ ਪੜ੍ਹ ਕੇ ਉਸਦਾ ਲਕਸ਼ ਸਮਝ ਲਿਆ ਜਾਵੇ। ਪੰਡਿਤ ਜੀ ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਕੇਵਲ ਅੱਖਰਾਂ ਦੇ ਗਿਆਨੀ ਹਾਂ। ਜੋ ਗੁਰਬਾਣੀ ਵਿੱਚ ਪੰਡਿਤ ਦੇ ਲੱਛਣ ਕਥਨ ਕੀਤੇ ਹਨ, ਸੋ ਪੰਡਿਤ ਜੋ ਤੇਹਾਂ ਗੁਣਾ ਕੀ ਪੰਡ ਉਤਾਰੈ, ਉਸ ਤੋਂ ਅਸੀਂ ਕਾਫੀ ਦੂਰ ਹਾਂ। ਸੰਤ ਜੀ ਮਹਾਰਾਜ ਨੇ ਕਿਹਾ, ਵਿਦਿਆ ਪੜ੍ਹਨੀ ਬਹੁਤ ਚੰਗੀ ਗੱਲ ਹੈ। ਇਸ ਨੂੰ ਮਨੁੱਖ ਦਾ ਤੀਸਰਾ ਨੇਤਰ ਕਥਨ ਕੀਤਾ ਗਿਆ ਹੈ। ਪਰ ਜੇਕਰ ਨਾਲ ਸ਼ਬਦ ਦੀ ਕਮਾਈ ਵੀ ਕੀਤੀ ਜਾਵੇ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਇਆ ਕਰਦੀ ਹੈ, ਜਾਂ ਸੋਨੇ 'ਚ ਸੁਗੰਧੀ ਵਾਲੀ ਗੱਲ ਕਹਿ ਲਓ। ਉਂਝ ਸੰਸਕ੍ਰਿਤ ਦੇਵ ਬਾਣੀ ਦੇਵਗਣ ਲਿਪੀ ਮੰਨਿਆ ਹੈ, ਪਰ ਕਲਯੁਗ ਦੇ ਸਮੇਂ ਉਮਰ ਛੋਟੀ ਹੈ, ਦਿਮਾਗ ਕਮਜ਼ੋਰ ਹੋਣ ਕਰਕੇ ਇਸ ਤੋਂ ਪੂਰਾ ਲਾਭ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਹਿਲਾਂ 12 ਸਾਲ ਵਿਆਕਰਣ ਤੇ ਪੜ੍ਹਨ ਵਿੱਚ ਬਤੀਤ ਹੋ ਜਾਇਆ ਕਰਦੇ ਹੈ, ਫਿਰ ਸ਼ਬਦ ਦੀ ਸ਼ੁੱਧੀ ਅਸ਼ੁੱਧੀ ਦਾ ਕੇਵਲ ਪਤਾ ਹੀ ਲੱਗਦਾ ਹੈ। ਉਪਰੰਤ 30-40 ਸਾਲ ਦੀ ਤਕੜੀ ਮਿਹਨਤ ਨਾਲ ਚੰਗੇ ਦਿਮਾਗ ਵਾਲਾ
ਕੁਝ ਹਾਸਲ ਕਰ ਸਕਦਾ ਹੈ, ਉਹ ਕੇਵਲ ਆਪਣੇ ਵਾਸਤੇ ਹੀ। ਸਰੋਤਿਆਂ ਨੂੰ ਤਾਂ ਫਿਰ ਵੀ ਪੰਜਾਬੀ ਵਿੱਚ ਹੀ ਅਰਥ ਕਰਕੇ ਦੱਸਣਾ ਪਏਗਾ ਨਾ। ਗੁਰਬਾਣੀ ਸੁਖੈਨ ਤੇ ਮਹਾਨ ਪੁੰਨ ਰੂਪ ਹੈ। ਥੋੜੇ ਸਮੇਂ ਵਿੱਚ ਹੀ ਵੇਦਾਂ ਦਾ ਉਹ ਸਿਧਾਂਤ ਜੋ ਜ਼ਿੰਦਗੀਆਂ ਲੱਗ ਕੇ ਵੀ ਪ੍ਰਾਪਤ ਨਹੀਂ ਹੋ ਸਕਦਾ, ਗੁਰਬਾਣੀ ਦੀ ਵਿਚਾਰ ਨਾਲ, ਸ਼ਬਦ ਸੁਰਤ ਦੇ ਅਭਿਆਸ ਦੁਆਰਾ ਸੁਤੇ ਹੀ ਪ੍ਰਾਪਤ ਹੋ ਜਾਇਆ ਕਰਦਾ ਹੈ। ਇਸ ਤਰ੍ਹਾਂ ਹੋਰ ਵੀ ਕਾਫੀ ਬਚਨ ਵਿਲਾਸ ਹੋਏ। ਤਕਰੀਬਨ 20-25 ਮਿੰਟ ਪੰਡਤ ਜੀ ਸੰਜੀ ਮਹਾਰਾਜ ਦੇ ਪਾਵਨ ਦਰਸ਼ਨ ਕਰਦੇ ਤੇ ਬਚਨ ਸੁਣਦੇ ਰਹੇ। ਅਭਿਆਸੀ ਪੁਰਸ਼ ਦੇ ਬਚਨਾਂ ਦਾ ਹਰੇਕ ਦੇ ਮਨ ਤੇ ਕੁਦਰਤੀ ਅਸਰ ਪੈਂਦਾ ਹੈ। ਇਹ ਤਾਂ ਪੜ੍ਹੇ ਲਿਖੇ ਸਿਆਣੇ ਵਿਦਵਾਨ ਪੰਡਿਤ ਸਨ। ਮਨ ਬੜਾ ਪ੍ਰਸੰਨ ਹੋਇਆ। ਹਜ਼ੂਰ ਦੇ ਚਿਹਰੇ ਦਾ ਤੇਜ ਤੱਕ ਕੇ ਪੰਡਤ ਜੀ ਨੇ ਸੰਕੋਚ ਮੇ ਮਨ ਅਰਜ ਕੀਤੀ, ਮਹਾਰਾਜ ਭਾਵੇਂ ਧਾਰਮਿਕ ਗ੍ਰੰਥਾਂ ਦੇ ਅਧਿਐਨ ਵਿੱਚ ਜ਼ਿੰਦਗੀ ਦਾ ਕਾਫੀ ਹਿੱਸਾ ਬਤੀਤ ਕਰ ਦਿੱਤਾ ਹੈ, ਪਰ ਅੱਜ ਮੈਨੂੰ ਪੂਰਨ ਸ਼ਾਂਤੀ ਤੇ ਪਰਮ ਆਨੰਦ ਦੀ ਮਸਤੀ ਚੜ੍ਹੀ ਹੈ। ਮੈਂ ਨਿਆਏ, ਵਿਸ਼ੇਸ਼ਕ, ਵਿਦਾਂਤ ਦਰਸ਼ਨਾਂ ਤੋਂ ਇਲਾਵਾ ਜੋਤਿਸ਼ ਗ੍ਰੰਥਾਂ ਦਾ ਵੀ ਨਾਲ ਨਾਲ ਅਧਿਐਨ ਕੀਤਾ ਹੋਇਆ ਹੈ। ਆਪ ਜੀ ਦੇ ਚਿਹਨ ਚੱਕਰ ਦੱਸ ਰਹੇ ਹਨ ਕਿ ਆਪ ਜੀ ਦੇ ਗੁਪਤ ਹੋ ਕੇ ਬੈਠਣ ਦਾ ਸਮਾਂ ਨਹੀਂ। ਆਪ ਨੇ ਤਾਂ ਹਵਾਈ ਜਹਾਜ਼ਾਂ ਰਾਹੀਂ ਦੇਸ਼ਾਂ ਦਿਸ਼ਾਂਤਰਾਂ ਤੱਕ ਗੁਰੂ ਨਾਨਕ ਦੇਵ ਜੀ ਦੀ ਅਲਾਹੀ ਦਰਗਾਹੀ ਧੁਰਕੀ ਬਾਣੀ ਦਾ ਪ੍ਰਚਾਰ ਕਰਨਾ ਹੈ। ਸੰਤ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਪੰਡਤ ਜੀ ਅਸੀਂ ਤਾਂ ਪ੍ਰਵਿਰਤੀ ਨੂੰ ਜੀਵਨ ਮੁਕਤੀ ਦੇ ਆਨੰਦ ਵਿੱਚ ਪ੍ਰਤਿਬੰਧਕ ਜਾਣ ਕੇ ਇਹ ਇਕਾਂਤ ਅਸਥਾਨ ਲੱਭੀ ਹੈ। ਤੁਸੀਂ ਫਿਰ ਵੀ ਮਨ ਨੂੰ ਵਿਸ਼ੇਕਤਾ ਪਾਉਣਾ ਚਾਹੁੰਦੇ ਹੋ। ਇਸ ਨੇ ਅਰਜ ਕੀਤੀ, ਮਹਾਰਾਜ ਇਹ ਮੈਂ ਨਹੀਂ ਕਹਿ ਰਿਹਾ, ਆਪਣੇ ਵੱਲੋਂ ਨਹੀਂ ਕਹਿ ਰਿਹਾ। ਜੋਤਿਸ਼ ਦੇ ਗ੍ਰੰਥਾਂ ਅਨੁਸਾਰ ਆਪ ਜੀ ਦੇ ਚਿਹਨ ਚੱਕਰ ਦੱਸ ਰਹੇ ਹਨ ਕਿ ਆਪ ਜੀ ਪਾਸੋਂ ਤਾਂ ਨਿਰੰਕਾਰ ਨੇ ਬੜਾ ਕੁਝ ਸੇਵਾ ਦੇ ਰੂਪ ਵਿੱਚ ਲੈਣਾ ਹੈ। ਸਕੂਲ ਹੈ, ਕਾਲਜ ਹੈ, ਹਸਪਤਾਲ ਹੈ, ਲਾਇਬ੍ਰੇਰੀਆਂ, ਹੋਰ ਬੇਅੰਤ ਗੁਰੂ ਸਥਾਨਾਂ ਦੀ ਸੇਵਾ, ਇਹ ਕੰਮ ਆਪ ਨੇ ਜ਼ਰੂਰ ਕਰਨੇ ਹਨ। ਪਰ ਹੱਥਾਂ ਦੀਆਂ ਉੱਚੀਆਂ ਤਲੀਆਂ ਉਦਾਰਤਾ ਦਾ ਸੂਚਕ ਹਨ। ਆਪ ਦੇ ਦਰ ਤੇ ਆਇਆ ਸਵਾਲੀ ਕੋਈ ਖਾਲੀ ਨਹੀਂ ਮੁੜੇਗਾ, ਪਰ ਰਹੋਗੇ ਨਿਰਲੇਪ। ਹਿੰਦੁਸਤਾਨ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਵਿੱਚ ਆਪ ਦੇ ਗੁਰਮਤਿ ਦਾ ਪ੍ਰਚਾਰ ਕਰਕੇ ਟੁੱਟੀਆਂ ਸੁਰਤਾਂ ਨਿਰੰਕਾਰ ਨਾਲ ਜੋੜਨੀਆਂ ਮੁੱਖ ਕੰਮ ਹੈ। ਇਹ ਬਚਨ ਸੁਣ ਕੇ ਸੰਤ ਜੀ ਮਹਾਰਾਜ ਚੁੱਪ ਕਰ ਗਏ, ਕਿਉਂਕਿ ਪਤਾ ਸੀ ਕਿ ਇਹ ਸਾਰੀ ਵਾਰਤਾ ਬਿਲਕੁਲ ਠੀਕ ਹੈ। ਇਹੋ ਕੁਝ ਅਸੀਂ ਕਰਨਾ ਹੈ, ਪਰ ਉਸ ਸਮੇਂ ਵੈਰਾਗ ਦੀ ਮੂਰਤੀ, ਤਿਆਗ ਦੀ ਅਉਧੀ, ਤਤਿਕਸ਼ਾ ਦਾ ਨਮੂਨਾ ਤੇ ਸੇਵਾ ਦੁਆਰਾ ਸਰੀਰ ਨੂੰ ਕੀਤਾ ਹੋਇਆ ਕ੍ਰਿਸ ਤੱਕ ਕੇ ਹਰ ਇੱਕ ਇਸ ਗੱਲ ਵੱਲ ਸੰਸਾ ਜਿਹਾ ਮੰਨਦਾ ਸੀ। ਕੁਝ ਕੁ ਸਮੇਂ ਤੋਂ ਬਾਅਦ ਪੰਡਤ ਜੀ ਨਮਸਕਾਰ ਕਰਕੇ ਇੱਥੋਂ ਹੀ ਫੇਰ ਵਾਪਸ ਕਣਗਸਾਂ ਨੂੰ ਚਲੇ ਗਏ। ਸੰਤ ਜੀ ਮਹਾਰਾਜ ਅਸਥਾਨ ਤੇ ਚਲੇ ਗਏ ਅਤੇ ਇਸ ਤੋਂ ਉਪਰੰਤ ਇੱਕ ਵਾਰ ਫਿਰ ਵੀ ਪੰਡਿਤ ਕਰਤਾਰ ਸਿੰਘ ਜੀ ਦਾਖਾਂ ਰਾੜੇਸਵ ਆਏ ਸਨ। ਬਾਬਾ ਬੁੱਧ ਸਿੰਘ ਦੇ ਅਗੰਮੀ ਬਚਨ, ਸ਼੍ਰੀ ਹਜੂਰ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਜੀ ਤੋਂ ਬਰਸ ਆਏ। ਬਹੁਤ ਸਾਰੇ
ਮਹਾਪੁਰਸ਼ ਉਪਰਾਮ ਹੋ ਕੇ ਰੇਰੂ ਸਾਹਿਬ ਤੋਂ ਤੀਰਥ ਯਾਤਰਾ ਕਰਨ ਚਲੇ ਗਏ, ਜਿਨ੍ਹਾਂ ਦੀ ਸੰਤ ਜੀ ਮਹਾਰਾਜ ਦੇ ਗੜਵਈ ਤੇ ਵੱਡੇ ਸੰਤਾਂ ਦੀ ਖੁਸ਼ੀ ਅਤੇ ਉਹਨਾਂ ਦੇ ਵਰਾਂ ਦਾ ਸਦਕਾ ਸ਼ਰਧਾ ਸੀ। ਉਹ ਰਾੜੇ ਦੀ ਟੱਕੀ ਖਜੂਰ ਦੇ ਪਾਸ ਆ ਕੇ ਰਹਿਣ ਲੱਗ ਪਏ। ਇਸੇ ਤਰ੍ਹਾਂ ਆਨੰਦਪੁਰ ਕਲੌੜ ਦਾ ਬੁੱਧ ਸਿੰਘ ਨਾਮ ਕਰਕੇ ਇੱਕ ਬਜ਼ੁਰਗ ਜੋ ਵੱਡੇ ਸੰਤ ਜੀ ਮਹਾਰਾਜ ਤੋਂ ਵਰਸ ਆਇਆ, ਉਹਨਾਂ ਦੀ ਖਜ਼ੂਰੀ ਵਿੱਚ ਰੀਰੂ ਸਾਹਿਬ ਬਾਹਰਲੇ ਬਗੀਚੇ ਦੀ ਸੇਵਾ ਕਰਦਾ ਹੁੰਦਾ ਸੀ, ਜਿੱਥੇ ਸੰਤ ਜੀ ਮਹਾਰਾਜ ਗੁਫਾ ਵਿੱਚ ਰਾਤ ਦੇ ਵਕਤ ਕੁਝ ਕੁ ਸਮਾਂ ਅਤੇ ਦੁਪਹਿਰ ਦਾ ਪ੍ਰਸ਼ਾਦ ਛਕਣ ਤੋਂ ਬਾਅਦ ਦਿਨ ਨੂੰ ਆਰਾਮ ਕਰਿਆ ਕਰਦੇ। ਇਸ ਨੇ ਮਹਾਪੁਰਸ਼ਾਂ ਦੇ ਸਰੀਰ ਹੁੰਦਿਆਂ ਹੀ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਦਿਆਂ ਚੰਗੀ ਅਵਸਥਾ ਪ੍ਰਾਪਤ ਕਰ ਲਈ ਸੀ। ਜੋ ਹਮ ਸਹਿਰੀ ਸੁਮੀਤ ਹਮਾਰਾ, ਸੇਵਾ ਭਗਤੀ ਦੇ ਪ੍ਰੀਤਵਾਨ ਸਾਧੂਆਂ ਨਾਲ ਬਹੁਤਾ ਹਿੱਤ ਕਰਿਆ ਕਰਦੇ। ਜਦੋਂ ਸੰਤ ਜੀ ਮਹਾਰਾਜ ਨੂੰ ਰਾੜੇ ਦੀ ਟੱਕੀ ਆਇਆ, ਅਜੇ ਥੋੜਾ ਹੀ ਸਮਾਂ ਹੋਇਆ ਸੀ ਤਾਂ ਇਹਨਾਂ ਨੂੰ ਵੀ ਪਤਾ ਲੱਗਾ, ਜਿਸ ਕਰਕੇ ਇਹ ਵੀ ਸੰਤ ਜੀ ਦੇ ਪਾਸ ਟੱਕੀ ਵਿੱਚ ਆ ਟਿਕੇ। ਭਾਵੇਂ ਸਰੀਰ ਕਾਫੀ ਬਿਰਧ ਹੋਣ ਕਰਕੇ ਕ੍ਰਿਸ ਵੀ ਹੋ ਚੁੱਕਿਆ ਸੀ, ਪਰ ਅਰਸ਼ੀ ਹੁਕਮ ਅਨੁਸਾਰ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਰੱਬੀ ਸਿਮਰਨ ਦਾ ਵੀ ਇੱਕ ਇਹੋ ਜਿਹਾ ਨਸ਼ਾ ਹੈ, ਜਿਸ ਨੂੰ ਇੱਕ ਵਾਰੀ ਆ ਗਿਆ ਫਿਰ ਉਹ ਛੱਡਿਆ ਨਹੀਂ ਜਾ ਸਕਦਾ। ਕਈ ਲੋਕ ਅਸੀਂ ਦੇਖੇ ਹਨ, ਬਾਣੀ ਪੜਨ ਵਾਲੇ, ਭਜਨ ਕਰਨ ਵਾਲੇ, ਧਨ ਪਦਾਰਥ ਦੇ ਵਾਸਤੇ ਗੁਰਬਾਣੀ ਛੱਡ ਨੌਕਰੀਆਂ ਵੱਲ ਵੀ ਜਾਂਦੇ ਹਨ। ਕਈ ਤਾਂ ਉੱਥੇ ਵੀ ਦਿਨ ਰਾਤ ਸਮਾਧੀ ਚ ਲੀਨ ਰਹਿੰਦੇ ਹਨ। ਸਾਧ ਸੰਗਤ ਨੌਕਰੀਆਂ ਕਰਨ ਗਏ ਵੀ ਬੰਦਗੀ ਦੇ ਨਾਲ ਇੱਕ ਲਿਵਤਾਰ ਜੋੜ ਕੇ ਰੱਖਦੇ ਹਨ। ਜਿਵੇਂ ਭਜਨ ਸਿਮਰਨ ਬੰਦਗੀ ਵਾਲਾ ਜਿੱਥੇ ਵੀ ਹੋਵੇ, ਖੁਸ਼ੀ ਹੈ ਗਮੀ ਹੈ, ਹਰ ਦੋਨੋਂ ਅਵਸਥਾਵਾਂ ਦੇ ਵਿੱਚ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ। ਸਵੇਰੇ ਸੰਤ ਜੀ ਮਹਾਰਾਜ ਦੇ ਨਾਲ ਹੀ ਜਦੋਂ ਹੋਰ ਸੰਗਤ ਇਸ਼ਨਾਨ ਕਰਦੀ ਸੀ, ਇਹਨਾਂ ਨੇ ਵੀ ਉੱਠ ਕੇ ਇਸ਼ਨਾਨ ਕਰ ਲੈਣਾ। ਉਪਰੰਤ ਸੂਰਜ ਚੜ੍ਹੇ ਤੱਕ ਇੱਕ ਰਸ ਧਿਆਨ ਦਾ ਅਭਾਵ ਕਰਕੇ ਕੇਵਲ ਧੇ ਰੂਪ ਹੀ ਬਣੇ ਰਹਿਣਾ। ਗਰਮੀ ਦੀ ਰੁੱਤੇ ਵੀ ਦੁਪਹਿਰ ਦੇ ਸਮੇਂ ਪ੍ਰਸ਼ਾਦ ਛਕ ਜਦੋਂ ਹੋਰ ਸੰਗਤ ਸੰਤ ਮਹਾਰਾਜ ਦੇ ਨਾਲ ਬਾਹਰ ਟਿੱਬਿਆਂ ਤੇ ਬਹਿੰਦੀ ਤਾਂ ਨਾਲ ਹੀ ਜਾਣਾ। ਵੱਡੇ ਮਹਾਪੁਰਸ਼ਾਂ ਦੇ ਵਰ ਅਤੇ ਇਸ ਸਮੇਂ ਇਹਨਾਂ ਦੀ ਘਾਲਣਾ ਤੱਕ ਕਿ ਜੋ ਭਵਿੱਖਵਾਰਤਾ ਅਨੁਸਾਰ ਭਵਿੱਖਵਾਰਤਾ ਅਨੁਭਵ ਦੁਆਰਾ ਪ੍ਰਤੀਤ ਹੋਣੀ, ਉਸ ਨੂੰ ਕਈ ਵਾਰ ਆਪਣੇ ਅੰਦਰੋਂ ਬਾਹਰ ਕੱਢਣ ਦਾ ਯਤਨ ਕਰਨਾ, ਪਰ ਮਨ ਵਿੱਚ ਫੇਰ ਸੰਕੋਚ ਜਾ ਆ ਜਾਣਾ ਕਿ ਇਹਨਾਂ ਨੂੰ ਵੀ ਪਤਾ ਹੀ ਹੈ, ਕਿਉਂਕਿ ਕਾਫੀ ਸਮਾਂ ਲੰਘ ਗਿਆ ਹੈ। ਹਿਰਦੇ ਅੰਦਰ ਦੱਸਣ ਦਾ ਖਿਆਲ ਉਸੇ ਤਰ੍ਹਾਂ ਬਣਿਆ ਹੀ ਰਿਹਾ। ਜਿਸ ਦ੍ਰਿਸ਼ ਨੂੰ ਇਕਾਂਤ ਵਿੱਚ ਬੈਠਿਆਂ ਨਿਤਾ ਪ੍ਰਤੀ ਕਈ ਦਿਨ ਤੱਕ ਦਾ ਰਿਹਾ, ਅੱਜ ਉਸ ਨੂੰ ਦੱਸਣ ਵਾਸਤੇ ਦੁਪਹਿਰ ਦੇ ਸਮੇਂ ਛੋਟੇ ਸੰਤ ਜੀ ਮਹਾਰਾਜ ਦੇ ਪਾਸ ਜਾ ਕੇ ਅਰਜ਼ ਕੀਤੀ। ਮੈਂ ਵੱਡੇ ਸੰਤਾਂ ਨੂੰ ਮਿਲਣਾ ਚਾਹੁੰਦਾ ਹਾਂ। ਉਹਨਾਂ ਦਾ ਕਿਹਾ ਕਿ ਉਹਨਾਂ ਤਾਈਂ ਕੀ ਕੰਮ ਹੈ, ਜੇ ਕਿਸੇ ਚੀਜ਼ ਵਸਤੂ ਦੀ ਲੋੜ ਹੈ ਸਾਨੂੰ ਦੱਸ ਦੇ ਭਾਈ। ਇਸਨੇ ਫੇਰ ਅਰਜ਼ ਕਰ ਦਿੱਤੀ, ਮਹਾਰਾਜ ਮੇਰੇ ਅੰਦਰ ਜੋ ਵਾਰਤਾ ਕਈ ਦਿਨਾਂ ਤੋਂ ਅਨੁਭਵ ਦੁਆਰਾ ਭਾਸ ਰਹੀ ਹੈ, ਉਸ ਨੂੰ ਉਹਨਾਂ ਦੇ ਪਾਸ ਦੱਸਣਾ ਜ਼ਰੂਰੀ ਹੈ ਜਾਂ ਦੱਸਣਾ ਚਾਹੁੰਦਾ ਹਾਂ। ਫਿਰ ਛੋਟੇ ਸੰਤ ਮਹਾਰਾਜ ਹੱਸ ਕੇ ਕਹਿਣ ਲੱਗੇ, ਫਿਰ ਸਾਨੂੰ ਹੀ ਦੱਸ ਦੇ। ਉਸਨੇ ਕਿਹਾ, ਇਉਂ ਨਹੀਂ, ਮੇਰੇ ਨਾਲ ਚੱਲੋ, ਸਮਾਂ ਪਾ ਕੇ
ਜਿੱਥੋਂ ਤੱਕ ਇਸ ਅਸਥਾਨ ਨੇ ਤਰੱਕੀ ਕਰਨੀ ਹੈ, ਮੈਂ ਨਾਲ ਫਿਰ ਕੇ ਤੁਹਾਨੂੰ ਦੱਸ ਦਿੰਦਾ ਹਾਂ ਕਿ ਇੱਥੇ ਕਿਹੋ ਜਿਹੀ ਸੁੰਦਰ ਰਚਨਾ ਬਣਨੀ ਹੈ। ਸੰਤ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਹਾਡਾ ਸਰੀਰ ਬਿਰਧ ਹੈ, ਗਰਮੀ ਦੇ ਮੌਸਮ ਵਿੱਚ ਐਸ ਧੁੱਪ ਵੇਲੇ ਬੜੇ ਔਖੇ ਹੋਵੋਗੇ, ਇੱਥੇ ਖੜੇ ਹੀ ਦੱਸ ਦੇਵੋ। ਤਾਂ ਉਸਨੇ ਸੰਤ ਜੀ ਮਹਾਰਾਜ ਨੂੰ ਨਾਲ ਲਿਆ ਤੇ ਰਾੜੇ ਪਿੰਡ ਵੱਲ ਇੱਕ ਉੱਚੇ ਟਿੱਬੇ ਤੇ ਖੜਾ ਹੋ ਗਿਆ ਅਤੇ ਆਖਿਆ, ਦੇਖੋ ਇਧਰ 2 ਮੀਲ ਬਲਾਸਪੁਰ ਦੇ ਪੁਲ ਤੱਕ, ਇਧਰੋਂ 2 ਮੀਲ ਖਟੜਿਆਂ ਦੇ ਪੁਲ ਤੱਕ, ਇਹ ਸਾਰਾ ਇਲਾਕਾ ਤੁਹਾਨੂੰ ਕੱਟ ਦਿੱਤਾ, ਤੁਹਾਨੂੰ ਦੇ ਦਿੱਤਾ। 4 ਮੀਲਾਂ ਦੇ ਵਿਚਕਾਰ ਸਾਰੇ ਰੌਣਕਾਂ ਹੀ ਰੌਣਕਾਂ ਹੋ ਜਾਣੀਆਂ ਨੇ। ਨਹਿਰ ਦੇ ਕੰਢੇ ਵੀ ਬਹੁਤ ਵੱਡਾ ਸਥਾਨ ਦ੍ਰਿਸ਼ਟੀ ਆ ਰਿਹਾ ਹੈ, ਜਿਸ ਵਿੱਚ ਸੁਨਹਿਰੀ ਕਲਸਾਂ ਵਾਲਾ ਗੁਰਦੁਆਰਾ ਸਾਹਿਬ, ਜਿਸ ਦੇ ਗੇਟ ਅੱਗੇ ਦਰਸ਼ਨੀ ਡਿਊਟੀ, ਉੱਚਾ ਘੰਟਾ ਘਰ ਤੇ ਹੋਰ ਵੀ ਬਹੁਤ ਸਾਰੀ ਰਚਨਾ ਬਣੇਗੀ ਇੱਥੇ। ਇਹ ਕਾਫੀ ਸਮਾਂ ਬਚਨ ਕਰਦਾ ਰਿਹਾ, ਜੋ ਵਾਰਤਾਲਾਪ ਹੋਈ ਦਿਖਦੀ ਸੀ ਇਸ ਨੂੰ ਉਹ ਸਾਰੀ ਦੱਸ ਦਿੱਤੀ। ਸੰਤ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਤਨਾ ਵੱਡਾ ਕੰਮ ਚੱਲੇਗਾ ਕਿਵੇਂ? ਅਸੀਂ ਤਾਂ ਨਿਵਰਤੀ ਵਿੱਚ ਹੀ ਪ੍ਰਸੰਨ ਹਾਂ, ਪ੍ਰਵਿਰਤੀ ਨਹੀਂ ਚਾਹੁੰਦੇ। ਉਹਨੇ ਕਹਿਣਾ ਕੀਤਾ, ਮਹਾਰਾਜ ਤੁਹਾਨੂੰ ਕਾਹਦਾ ਫਿਕਰ ਹੈ, ਜੋ ਬਣਾਏਗਾ ਉਹੀ ਚਲਾਏਗਾ। ਤੁਹਾਡੀ ਦੋਹਾਂ ਮਹਾਪੁਰਸ਼ਾਂ ਦੀ ਪ੍ਰਾਲਵਦ ਇਹੋ ਹੀ ਹੈ। ਪ੍ਰਾਲਵਦ ਬਹੁਤ ਪ੍ਰਬਲ ਦਿਸ ਰਹੀ ਹੈ ਕਿ ਜੇਕਰ ਰੱਕੜ ਜੰਗਲ ਵਿੱਚ ਚਰਨ ਪਾ ਦੇਵੋ, ਉੱਥੇ ਵੀ ਦਿਨਾਂ 'ਚ ਮਹਿਲ ਉਸਾਰ ਦੇਵੋਗੇ। ਜਿਸ ਸਥਾਨ ਤੇ ਹੁਣ ਸਰਵਾੜ ਤੇ ਕਾਹੀ ਦਿਸ ਰਹੀ ਹੈ, ਇੱਥੇ ਤਾਂ ਪੱਕੀਆਂ ਸੜਕਾਂ ਦਾ ਚੌਂਕ ਬਾਜ਼ਾਰ ਬਣ ਜਾਏਗਾ। ਗਊਆਂ, ਮੱਝਾਂ, ਘੋੜੇ, ਬੱਗੀਆਂ ਦੀ ਰਚਨਾ, ਗੱਡੇ, ਗੱਡੀਆਂ, ਬੱਸਾਂ ਤੇ ਟਰੱਕ ਇਹ ਦਿਸ ਰਹੇ ਨੇ ਸਾਨੂੰ। ਇੱਥੇ ਬਸ ਨਹੀਂ, ਕਾਰਾਂ ਵਾਸਤੇ ਗੈਰਜ, ਸਕੂਲ, ਲਾਇਬ੍ਰੇਰੀ, ਕਾਲਜ ਤੇ ਹਸਪਤਾਲ, ਇਹ ਸਭ ਗੱਲਾਂ ਤੁਹਾਡੇ ਖੱਤੋਂ ਹੋ ਕੇ ਰਹਿਣੀਆਂ ਨੇ। ਹੁਣ ਤਾਂ ਜਿੱਥੋਂ ਦੀ ਲੰਘਿਆ ਦਿਨ ਦੇ ਸਮੇਂ ਵੀ ਮੁਸਾਫਰ ਭੈ ਕਰਦਾ ਹੈ, ਇਹ ਸਾਰਾ ਜੰਗਲ ਆਬਾਦ ਹੋ ਜਾਏਗਾ। ਇਹਦੀ ਚੱਪਾ ਚੱਪਾ ਜਗ੍ਹਾ ਇਤਨੀ ਮਹਿੰਗੀ ਹੋ ਜਾਏਗੀ ਕਿ ਕਿਸੇ ਮੁੱਲ ਨੂੰ ਵੀ ਪ੍ਰਾਪਤ ਨਹੀਂ ਹੋਣੀ। ਇਹ ਮੈਂ ਸਹੀ ਤੇ ਠੀਕ ਵਚਨ ਕਰ ਰਿਹਾ ਹਾਂ। ਹੁਣ ਭਾਵੇਂ ਮੰਨਣ ਵਿੱਚ ਨਹੀਂ ਆਉਂਦਾ, ਮੰਨਣ ਵਿੱਚ ਨਹੀਂ ਆ ਰਹੇ, ਪਰ ਫੇਰ ਇੱਕ ਸਾਧ ਵਚਨ ਅਟਲਾਦਾ ਤੇ ਨਿਸ਼ਚਾ ਕਰੋਗੇ। ਇਉਂ ਆਖ ਕੇ ਟਿੱਬੇ ਤੋਂ ਹੇਠਾਂ ਉਤਰੇ। ਸ਼ਾਮ ਹੋਈ, ਦੋਵੇਂ ਸੰਤਾਂ ਪਾਸ ਅਰਜ ਕੀਤੀ, ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਰੀਰੂ ਸਾਹਿਬ ਜਾਣਾ ਚਾਹੁੰਦਾ ਹਾਂ, ਕਿਉਂਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ ਅਤੇ ਉੱਥੇ ਹੀ ਸਰੀਰ ਤਿਆਗਣਾ ਹੈ। ਸੰਤ ਜੀ ਮਹਾਰਾਜ ਨੇ ਉੱਤਰ ਦਿੱਤਾ, ਮਹਾਪੁਰਸ਼ੋ ਤੁਸੀਂ ਤਾਂ ਸਦਾ ਹੀ ਦੋਹੀ ਜਹਾਨੀ ਆਜ਼ਾਦ ਤੇ ਸੁਤੰਤਰ ਹੋ। ਸਾਡੇ ਤੇ ਖੁਸ਼ੇ ਰੱਖਣੇ। ਇਉਂ ਆਗਿਆ ਪਾ ਕੇ ਦੂਸਰੇ ਦਿਨ ਰੀਰੂ ਸਾਹਿਬ ਗੁਰਦੁਆਰੇ ਆ ਗਏ। ਇੱਥੇ ਇੱਕ ਦਿਨ ਠਹਿਰੇ ਅਤੇ ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਆਪ ਇਸ਼ਨਾਨ ਕੀਤਾ। ਵਸਤਰ ਬਦਲ ਕੇ ਗੁਰੂ ਦਰਬਾਰ ਵਿੱਚ ਪੁੱਜੇ। ਸਤਿਗੁਰਾਂ ਨੂੰ ਭਾਵਨਾ ਨਾਲ ਨਮਸਕਾਰ ਕਰਕੇ ਸਮਾਧੀ ਵਿੱਚ ਸਥਿਤ ਹੋ ਗਏ ਅਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦਿਆਂ ਦਰਬਾਰ ਵਿੱਚ ਬੈਠੀ ਪੰਜ ਭੌਤਿਕ ਦੇ ਸਰੀਰ ਦਾ ਤਿਆਗ ਕਰ ਗਏ। ਇਹ ਸਨ ਬਹੁਤ ਹੀ ਪ੍ਰੇਮ ਵਾਲੇ ਸ਼੍ਰੀ ਹਜ਼ੂਰ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਗੜਵਈ ਕਲੌੜ ਪਿੰਡ ਦੇ ਰਹਿਣ ਵਾਲੇ, ਜਿਨ੍ਹਾਂ ਦਾ ਨਾਮ ਸੀ ਬਾਬਾ ਬੁੱਧ ਸਿੰਘ ਜੀ, ਜਿਨ੍ਹਾਂ ਨੇ ਇਹ ਸਾਰੇ ਬਚਨ
ਆਉਣ ਵਾਲੇ ਸਮੇਂ ਦੇ ਜੋ ਭਜਨ ਕਰਦਿਆਂ ਨੂੰ ਦਿਖਿਆ ਕਰਦੇ ਇਹ ਦੱਸੇ। ਢੱਕੀ ਦੀ ਤਪੱਸਿਆ, 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। 8 ਪਹਿਰ ਜਿਹੜਾ ਭਗਤੀ ਕਰਦਾ ਹੈ ਉਹ ਕਦੇ ਛੁਪਿਆ ਨਹੀਂ ਰਹਿੰਦਾ, ਇੱਕ ਨਾ ਇੱਕ ਦਿਨ ਪ੍ਰਗਟ ਹੋ ਹੀ ਜਾਂਦਾ ਹੈ। ਇਹ ਭਜਨ ਸਿਮਰਨ ਦੀ ਕਿਰਪਾ ਹੈ ਕਿ ਥੋੜੇ ਸਮੇਂ ਵਿੱਚ ਹੀ ਇਸ ਪਾਵਨ ਧਰਤੀ ਦੀ ਖੁਸ਼ਬੂ ਚੰਦਨ ਦੇ ਬੂਟੇ ਵਾਂਗ ਦੂਰ ਦੂਰ ਤੱਕ ਫੈਲ ਗਈ, ਕਿਉਂਕਿ ਦਿਖਾਵਾ ਨਹੀਂ, ਕੇਵਲ ਸਚਾਈ ਸੀ। ਬੁੱਢਾ ਜਵਾਨ ਚਾਹੇ ਕੋਈ ਵੀ ਇੱਥੇ ਰਹਾਇਸ਼ ਰੱਖਣ ਵਾਲਾ ਸੱਜਣ ਹੈ, ਹਰ ਇੱਕ ਨੂੰ ਰਾਤ ਦੇ 2 ਵਜੇ ਲਾਜ਼ਮੀ ਉਠਾਇਆ ਜਾਂਦਾ ਅਤੇ ਇਸ਼ਨਾਨ ਕਰਕੇ ਹੁਨਾਲ ਸਿਆਲ ਬਾਹਰ ਨਹਿਰ ਦੇ ਕੰਢੇ ਬੈਠ ਕੇ ਸ਼ਬਦ ਸੁਰਤ ਦੇ ਮੇਲ ਦੁਆਰਾ ਇੱਕ ਰਸ ਚੌਂਕੜਾ ਮਾਰ ਕੇ ਸੂਰਜ ਚੜ੍ਹੇ ਤੱਕ ਸਿਮਰਨ ਕਰਨਾ ਹੀ ਜ਼ਰੂਰੀ ਸੀ। ਫਿਰ ਰਾਤ ਦੇ 11 ਵਜੇ ਤੋਂ ਪਹਿਲਾਂ ਆਰਾਮ ਨਹੀਂ ਕਰਨਾ। ਗਰਮੀ ਹੋਵੇ ਚਾਹੇ ਸਰਦੀ, ਸਭਨਾਂ ਨੇ ਕੰਢੇ ਠੰਡੇ ਜਲ ਨਾਲ ਇਸ਼ਨਾਨ ਕਰਨਾ, ਪਰ ਇਹ ਕਾਨੂੰਨ ਬਿਮਾਰ ਸਰੀਰ ਤੇ ਲਾਗੂ ਨਹੀਂ ਸੀ ਹੁੰਦਾ। ਅਸਥਾਨ ਦੇ ਰਿਹਾਇਸ਼ੀ ਸੇਵਾਦਾਰਾਂ ਚੋਂ ਸ਼ਾਮ ਤੋਂ ਹੀ 2 ਪ੍ਰੇਮੀ ਵਾਰੀ ਦੇ ਨਾਲ ਰਾਤ ਨੂੰ ਪਹਿਰਾ ਦਿੰਦੇ। ਉਹ ਵੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਸੀ ਕਰ ਸਕਦੇ ਹੁੰਦੇ, ਕੇਵਲ ਫਿਰ ਤੁਰ ਕੇ ਸਿਮਰਨ ਕਰਦੇ ਸਮਾਂ ਬਤੀਤ ਕਰਦੇ। 2 ਵਜੇ ਘੰਟੀ ਵਜਾ ਕੇ ਸਭਨਾਂ ਨੂੰ ਜਗਾਉਂਦੇ, ਸੰਗਤ ਇਸ਼ਨਾਨ ਕਰਨ ਲੱਗ ਪੈਂਦੀ ਅਤੇ ਇਹ 2 ਘੰਟੇ ਆਰਾਮ ਕਰ ਲੈਂਦੇ। ਇਹਨਾਂ ਦੀ ਜ਼ਿੰਮੇਵਾਰੀ ਇੱਕ ਵਾਰੀ ਜਗਾਉਣ ਦੀ ਹੁੰਦੀ। ਜੇਕਰ ਸੁੱਤਾ ਸੱਜਣ ਇਹਨਾਂ ਦੀ ਆਵਾਜ਼ ਦੇਣ ਤੇ ਇੱਕ ਵਾਰ ਬੋਲ ਕੇ ਫੇਰ ਸੌਂ ਜਵੇ ਨਾ, ਜਿਵੇਂ ਅੱਜ ਕੱਲ ਤੁਹਾਡੇ ਜਵਾਕ 1 ਮਿੰਟ 2 ਮਿੰਟ ਕਹਿੰਦੇ ਨੇ, ਜੇਕਰ ਕੋਈ ਇੱਕ ਵਾਰ ਹਾਂਜੀ ਕਹਿ ਕੇ ਬੋਲ ਕੇ ਦੁਬਾਰਾ ਸੌਂ ਜਾਵੇ ਤਾਂ ਉਸਦੇ ਬਿਸਤਰੇ ਤੇ ਲੇਟਿਆਂ ਹੀ ਠੰਡੇ ਪਾਣੀ ਦੀ ਬਾਲਟੀ ਪਾ ਦਿਆ ਕਰਦੇ। ਸੰਤ ਮਰ ਦਾ ਹੁਕਮ ਸੀ। ਬਾਹਰੋਂ ਆਏ ਸਾਧੂ ਵਿਹੰਗਮਾਂ ਤੇ ਯਾਤਰੂਆਂ ਨੂੰ ਕੇਵਲ 2 ਦਿਨ ਤਾਂ ਛੁੱਟੀ ਹੁੰਦੀ। ਫਿਰ ਉਹਨਾਂ ਨੂੰ ਵੀ ਦੱਸਿਆ ਜਾਂਦਾ ਕਿ ਚਾਹੇ ਤੁਸੀਂ ਕਿਤਨਾ ਸਮਾਂ ਇੱਥੇ ਠਹਿਰੋ, ਰੋਕ ਨਹੀਂ ਹੈ ਕੋਈ ਵੀ, ਪਰ ਇੱਥੋਂ ਦੇ ਅਸੂਲਾਂ ਦਾ ਪਾਬੰਦ ਰਹਿਣਾ ਜ਼ਿਆਦਾ ਜ਼ਰੂਰੀ ਹੈ। ਦੋਨੋਂ ਸਮੇਂ ਕਥਾ ਕੀਰਤਨ ਵਿੱਚ ਹਾਜ਼ਰੀ ਭਰਨੀ ਹੈ। ਅੰਮ੍ਰਿਤ ਵੇਲੇ ਦਾ ਜਾਗਣਾ ਤੇ ਲੰਗਰ ਦੀ ਘੰਟੀ ਸਮੇਂ ਪੰਗਤ ਵਿੱਚ ਆਉਣਾ, ਇਹ ਤਾਦਕ ਹੋਰ ਵੀ ਨਿਯਮ ਸਾਰੇ ਦੱਸੇ ਗਏ। ਜੇਕਰ ਉਹ ਵੀ ਇਹਨਾਂ ਦੀ ਪਾਲਣਾ ਨਾ ਕਰਦੇ ਤਾਂ ਉਹ ਹੀ ਅਸੂਲ ਉਹਨਾਂ ਦੇ ਉੱਪਰ ਵੀ ਪਾਣੀ ਪਾ ਦਿੱਤਾ ਜਾਂਦਾ। ਇਉਂ ਸਹੀ ਢੰਗ ਨਾਲ ਭਜਨ ਸਿਮਰਨ ਤੇ ਕਥਾ ਕੀਰਤਨ ਅਤੇ ਲੰਗਰ ਦੀ ਮਰਿਆਦਾ ਇੱਕ ਰਸ ਤੁਰੀ ਗਈ, ਜਿਸ ਕਰਕੇ ਅਸਥਾਨ ਦੀ ਸ਼ੋਭਾ ਦੂਰ ਦੂਰ ਤੱਕ ਫੈਲ ਗਈ। ਕਈ ਸੱਜਣ ਤਾਂ ਕੇਵਲ ਇੱਥੋਂ ਹੀ ਮਰਿਆਦਾ ਦੇਖਣੀ ਆਉਂਦੇ, ਕਈ ਆਪਣੇ ਆਪ ਨੂੰ ਅਭਿਆਸੀ ਤੇ ਅਤੀਤ ਅਖਾਉਣ ਵਾਲੇ ਵੀ ਤਿਆਗੀ ਵਿਰਕਤ ਕੁਛ ਦਿਨ ਠਹਿਰ ਵੀ ਜਾਂਦੇ, ਕਿਉਂਕਿ ਹਰ ਇੱਕ ਨੂੰ ਇੱਥੇ ਜਲ ਪਾਣੀ ਤੇ ਲੰਗਰ ਦੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਸੀ। ਨਾ ਪਿੱਛਿਆਂ ਨੂੰ ਜਾਣਾ ਪੈਂਦਾ, ਨਾ ਆਪ ਅੱਗ ਬਾਲਣੀ ਪੈਂਦੀ। ਜੈਸੇ ਕਨ ਵਰਸੇ ਤੇ ਸਰਸੇ ਦ੍ਰਿਸ਼ਟ ਸਾਰੀ ਰਾਣਾ ਰੰਗ ਸਭ ਹੂੰ ਕੀ ਧਰਤੀ ਸੁਆਤ ਹੈ। ਤੈਸੇ ਦੇਗ ਖਾਲਸਾ ਕੀ ਜਬੀ ਚਲੀ ਜਗ ਮਾਗੇ, ਭੁੱਖੇ ਦੀਨ ਦੁਖੀ ਸਭ ਹੂੰ ਕੋ ਬਰੋ ਸਾਥ ਹੈ। ਬੰਦਗੀ ਵਾਸਤੇ ਨਹਿਰ ਦਾ ਕੰਢਾ, ਢੱਕੀ ਵਿੱਚ ਇਕਾਂਤ ਸਥਾਨ, ਇਹੋ ਜਿਹੀ ਸੁੰਦਰ ਰਚਨਾ ਤੇ ਸਭ ਸਹੂਲਤਾਂ ਹਰ ਇੱਕ ਥਾਂ ਤੇ ਮਿਲ ਸਕਦੀਆਂ, ਹਰ ਇੱਕ ਥਾਂ ਤੇ ਨਹੀਂ ਮਿਲ ਸਕਦੀਆਂ ਸਨ, ਕੇਵਲ ਰਾੜਾ ਸਾਹਿਬ ਵਿੱਚ ਹੀ ਉਪਲਬਧ ਸਨ। ਪਰ ਜੋ ਸਾਧ ਸੰਗਤ ਤੋਂ ਬਿਨਾਂ ਇਕੱਲਿਆਂ ਰਹਿ ਕੇ ਕਠਨ ਸਾਧਨ ਕਰਨੇ ਹਨ, ਇਹਨਾਂ ਦਾ ਮਨੁੱਖ ਦੇ ਅੰਦਰ ਮਾਣ ਵੀ ਆ ਜਾਂਦਾ ਹੈ। ਸੰਗਤ ਵਿੱਚ ਇੱਕ ਦੂਜੇ ਨੂੰ ਸਵੇਰੇ ਉੱਠਦਿਆਂ ਦੇਖ ਕੇ ਸੇਵਾ ਤੇ ਸਿਮਰਨ ਚ ਲੱਗਿਆਂ ਜਾਣ ਕੇ ਅੰਦਰੋਂ ਇਉਂ ਹਉ ਮਰ ਜਾਇਆ ਕਰਦੀ ਹੈ।
ਪਰ ਆਪਣੇ ਆਪ ਜਲ ਧਾਰੇ ਕਰਨੇ, ਧੂਣੀਆਂ ਤੌਣੀਆਂ ਤੇ ਹੋਰ ਲੋਕ ਦਿਖਾਵੇ ਵਾਸਤੇ ਸਰੀਰ ਤੇ ਕਸ਼ਟ ਝੱਲਣਾ, ਤਾਮਸੀ ਤਪ ਕਰਨੇ, ਇਹ ਤਾਮਸੀ ਤਪ ਦਿਖਾਵੇ ਮਾਤਰ ਹੈ। ਇਸ ਨਾਲ ਸੰਸਾਰ ਵਿੱਚ ਪ੍ਰਤਿਸ਼ਠਾ ਤਾਂ ਬਹੁਤ ਹੋਣ ਲੱਗ ਜਾਂਦੀ ਹੈ, ਜੋ ਹਾਂ ਨੂੰ ਪੁਸ਼ਟ ਕਰਨ ਲਈ ਖੁਰਾਕ ਹੈ, ਜਿਸ ਕਰਕੇ ਆਪਣੇ ਆਪ ਨੂੰ ਬਹੁਤਾ ਵੱਡਾ ਅਭਿਮਾਨੀ ਮਹਾਤਮਾ ਮੰਨ ਬੈਠਦਾ ਹੈ। ਇਹੋ ਜਿਹਾ ਇੱਕ ਚੜ੍ਹਦੀ ਜਵਾਨੀ ਦਾ ਸਾਧੂ ਆ ਗਿਆ, ਜਿਸ ਦੀ ਉਮਰ ਤਕਰੀਬਨ 25 ਕੁ ਸਾਲ ਦੀ ਸੀ। ਸਰੀਰ ਵੀ ਚੰਗਾ ਰਿਸ਼ਟ ਪੁਸ਼ਟ ਸੀ। 2-4 ਸਾਲ ਜਲ ਧਾਰੇ ਵੀ ਕੀਤੇ ਸਨ, ਧੂਣੀਆਂ ਵੀ ਤਪੀਆਂ ਸਨ, ਜਿਸ ਕਰਕੇ ਗਰਮੀ ਸਰਦੀ ਘੱਟ ਹੀ ਮੰਨਦਾ ਸੀ। ਸਿਆਲੇ ਵਿੱਚ ਵੀ ਸਰੀਰ ਤੇ ਇੱਕੋ ਹੀ ਵਸਤਰ ਧਾਰਨ ਕਰਕੇ ਰੱਖਦਾ, ਜਿਸ ਕਰਕੇ ਇਸ ਦਾ ਨਾਮ ਤਪਸੀ ਜੀ ਕਰਕੇ ਮਸ਼ਹੂਰ ਹੋ ਗਿਆ। ਇਹ ਉਦਾਸੀ ਭੇਖ ਦਾ ਸਾਧੂ, ਜਿਸ ਦਾ ਨਾਮ ਤਾਰਾਦਾਸ ਸੀ, ਬਹੁਤਾ ਸਮਾਂ ਪਟਿਆਲੇ ਤੇ ਨਾਭੇ ਆਦਿ ਸ਼ਹਿਰਾਂ ਵਿੱਚ ਆਪਣੇ ਪ੍ਰੇਮੀਆਂ ਕੋਲ ਠਹਿਰਦਾ ਜਾਂ ਕਦੇ ਤੀਰਥ ਯਾਤਰਾ ਕਰਨ ਚਲਿਆ ਜਾਂਦਾ। ਉਸਨੇ ਵੀ ਇਹ ਸਥਾਨ ਦੀ ਮਹਿਮਾ ਸੁਣੀ ਤੇ ਦਰਸ਼ਨਾਂ ਨੂੰ ਜੀ ਲੋਚਿਆ ਅਤੇ ਮਾਘ ਦੇ ਮਹੀਨੇ ਆ ਪੁੱਜਿਆ। 2-3 ਦਿਨ ਕਠਨ ਠਹਿਰ ਕੇ ਅਸਥਾਨ ਦੀ ਮਰਿਆਦਾ ਵੇਖੀ, ਚਾਲੀ ਬੜੀ ਪਸੰਦ ਆਈ, ਸੋਹਣਾ ਮਨ ਲੱਗਿਆ। ਕੁਝ ਕੁ ਸਮਾਂ ਟਿਕਣ ਦੀ ਵਿਚਾਰ ਕਰ ਲਈ। ਰੋਜ਼ ਸਵੇਰੇ 2 ਵਜੇ ਜਾ ਕੇ ਸੰਗਤ ਦੇ ਨਾਲ ਹੀ ਬਾਹਰ ਨਹਿਰ ਦੇ ਕੰਢੇ ਤੇ ਜਾਇਆ ਕਰੇ ਅਤੇ ਰਾਤ ਨੂੰ ਵੀ ਨਾਲ ਹੀ 11 ਵਜੇ ਤੱਕ ਬੈਠਿਆ ਕਰੇ। ਕਈ ਦਿਨਾਂ ਤੋਂ ਬਾਅਦ ਇਹਦੇ ਮਨ ਵਿੱਚ ਕੀਤੀ ਹੋਈ ਤਪੱਸਿਆ ਦਾ ਥੋੜਾ ਜਿਹਾ ਮਾਣ ਜਿਹਾ ਆ ਗਿਆ। ਖਿਆਲ ਕੀਤਾ ਮੇਰਾ ਤਾਂ ਬੈਠਣ ਦਾ ਬਹੁਤ ਅਭਿਆਸ ਹੈ, ਕਈ ਘੰਟੇ ਇੱਕੋ ਚੌਂਕੜਾ ਮਾਰ ਕੇ ਲੰਘਾ ਦਿੰਨਾ, ਕੋਈ ਅੰਗ ਵੀ ਨਹੀਂ ਹਿਲਾਉਂਦਾ। ਮੈਂ ਤਾਂ ਇਹਨਾਂ ਤੇ ਕਿਉਂ ਨਾ ਮੈਂ ਆਪਣਾ ਅਸਰ ਹੀ ਪਾ ਲਵਾਂ, ਪ੍ਰਭਾਵ ਹੀ ਪਾ ਲਵਾਂ। ਇਉਂ ਜਾਣ ਕੇ ਰੋਜ਼ ਹੀ ਸਿੰਘਾਂ ਕੋਲ ਆ ਕੇ ਆਖਿਆ ਕਰੇ, ਤੁਸੀਂ ਤਾਂ ਰਾਤ ਨੂੰ ਘੰਟਾ ਕੁ ਬੈਠ ਕੇ ਮੁੜ ਆਉਂਦੇ ਹੋ। ਜੇ ਤੁਸੀਂ ਤਾਂ ਬਿਲਕੁਲ ਘੰਟਾ ਕੁ ਬੈਠ ਕੇ ਮੁੜ ਆਉਂਦੇ ਹੋ, ਕੀ ਦਾਈ ਹੱਥ ਲਾਉਣ ਜਾਂਦੇ ਹੋ ਤੁਸੀਂ? ਜਿੱਥੇ ਇੱਕ ਵਾਰੀ ਚੌਂਕੜਾ ਵੱਜ ਗਿਆ ਸੋ ਵੱਜ ਗਿਆ, ਫਿਰ ਸੂਰਜ ਚੜ੍ਹੇ ਤੱਕ ਹੀ ਖੁੱਲੇ, ਵਿੱਚ ਦੀ ਵਾਰ-ਵਾਰ ਆਉਣਾ ਜਾਣਾ ਕਿਉਂ ਕਰਦੇ ਹੋ? ਇਹ ਤੁਹਾਡਾ ਕਾਹਦਾ ਭਜਨ ਹੈ? ਜਾਂਦੇ ਹੋ ਮੁੜ ਆਉਂਦੇ ਹੋ। ਬਿਸਤਰਿਆਂ ਵਿੱਚ ਸੌਣ ਵਾਸਤੇ ਘਰ ਛੱਡਿਆ ਤੁਸੀਂ ਕਿ ਭਜਨ ਕਰਨ ਵਾਸਤੇ ਆਏ ਹੋ? ਸਾਧ ਕੀ ਤੇ ਰਾਤ ਕੀ, ਰਾਤ ਨੂੰ ਤਾਂ ਸੌਣਾ ਕੀ, ਤੁਸੀਂ ਤਾਂ ਝੱਟ ਹੀ ਸੌ ਜਾਂਦੇ ਹੋ। ਪਹਿਲਾਂ ਤਾਂ ਕਈ ਦਿਨ ਸਿੰਘ ਚੁੱਪ ਕਰ ਰਹੇ, ਫਿਰ ਇੱਕ ਦਿਨ ਦੋਹਾਂ ਮਹਾਂਪੁਰਸ਼ਾਂ ਦੇ ਬੈਠਿਆਂ ਸੰਤ ਜੀ ਮਹਾਰਾਜ ਪਾਸ ਬੇਨਤੀ ਕੀਤੀ, ਗਰੀਬ ਨਿਵਾਜ ਇੱਕ ਨਾਂਗਾ ਸਾਧੂ ਆਇਆ ਹੈ। ਉਹ ਕਹਿੰਦਾ ਹੈ ਤੁਸੀਂ ਤਾਂ ਛੇਤੀ ਮੁੜ ਆਉਂਦੇ ਹੋ, ਸਾਰੀ ਰਾਤ ਬੈਠਿਆ ਕਰੋ। ਛੋਟੇ ਸੰਤ ਜੀ ਮਹਾਰਾਜ ਬੋਲੇ, ਉਸ ਨਾਲ ਅਸੀਂ ਬੈਠਿਆ ਕਰਾਂਗੇ ਭਾਈ। ਫਿਰ ਉਸੇ ਸ਼ਾਮ ਨੂੰ ਹੀ ਉਸ ਨੂੰ ਬੁਲਾ ਕੇ ਆਖਿਆ, ਸੰਤ ਜੀ ਹੋਰ ਤਾਂ ਸਾਰੇ ਪ੍ਰੇਮੀ ਡਿਊਟੀਆਂ ਵਾਲੇ ਐ, ਲਾਂਗਰੀ ਨੇ ਵੀ ਦਿਨੇ ਪ੍ਰਸ਼ਾਦੇ ਤਿਆਰ ਕਰਨੇ ਹੁੰਦੇ ਐ, ਮਾਲ ਡੰਗਰ ਸਾਂਭਣ ਵਾਲੇ ਪ੍ਰੇਮੀ ਨੇ ਵੀ ਦਿਨੇ ਆਪਣੀ ਸੇਵਾ ਕਰਨੀ ਹੁੰਦੀ ਹੈ, ਗ੍ਰੰਥੀ ਸਿੰਘ ਵੀ ਗੁਰੂ ਦਰਬਾਰ ਵਿੱਚ ਝਾੜੂ ਬੁਖਾਰੀ ਤੇ ਮਹਾਰਾਜ ਦਾ ਪ੍ਰਕਾਸ਼ ਕਰਦੇ ਐ। ਜੋ ਤੁਸੀਂ ਮੇਰੇ ਨਾਲ ਬੈਠਿਆ ਕਰੋ। ਛੋਟੇ ਮਾਰੇ ਮਖੌਲੀਏ ਸੁਭਾਅ ਦੇ ਸਨ। ਇਹ ਗੱਲ ਸੁਣ ਕੇ ਉਹ ਤਪਸਵੀ ਸੰਤ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਮੈਂ ਤਾਂ ਆਪ ਚਾਹੁੰਦਾ ਸੀ ਕਿ ਇਸ ਅਸਥਾਨ ਦੀ ਸਿਫਤ ਤਾਂ ਬੜੀ ਸੁਣੀਂਦੀ ਹੈ, ਪਰ ਸਾਰੀ ਰਾਤ ਬੈਠਣ ਵਾਲਾ ਤੇ ਇਹਨਾਂ ਚੋਂ ਦੀਂਦਾ ਨਹੀਂ ਕੋਈ। ਛੋਟੇ ਸੰਤ ਜੀ ਮਹਾਰਾਜ ਬੋਲੇ, ਇੱਕ ਹੋਰ ਸ਼ਰਤ ਹੈ,
ਕਿ ਆਪਾਂ ਦੋਵੇਂ ਇੱਕੋ ਹੀ ਜਗ੍ਹਾ ਬੈਠਿਆ ਕਰਾਂਗੇ। ਜੋ ਕੁਝ ਖਾਣਾ ਹੈ ਇੱਕੋ ਜਿਹਾ ਛਕਾਂਗੇ, ਜੋ ਪੀਣਾ ਹੈ ਇੱਕੋ ਜਿਹਾ ਪੀਵਾਂਗੇ। ਇਕੱਠਿਆਂ ਨੇ ਇਸ਼ਨਾਨ ਤੇ ਹੋਰ ਕਿਰਿਆ ਕਰਨ ਵਾਸਤੇ ਜਾਣਾ ਹੈ। ਇਹ ਸਾਰੀਆਂ ਗੱਲਾਂ ਉਹ ਸੰਤ ਵੀ ਮੰਨ ਗਿਆ। ਫਿਰ ਸੰਤ ਜੀ ਨੇ ਹੈਡ ਲਾਂਗਰੀ ਸ਼੍ਰੀਮਾਨ ਜਿਹਨੂੰ ਪਾਸ ਬੁਲਾ ਕੇ ਸਾਰੀ ਵਾਰਤਾ ਸਮਝਾਤੀ ਕਿ ਅਸੀਂ 8 ਪਹਿਰੀ ਪ੍ਰਸ਼ਾਦ ਛਕਿਆ ਕਰਾਂਗੇ। ਸਾਡੇ ਵਾਸਤੇ ਕੇਵਲ ਇੱਕ ਇੱਕ ਸਟਾਂਗ ਕਾਟੇ ਦੇ ਇੱਕੋ ਜਿਹੇ 2-2 ਪ੍ਰਸ਼ਾਦੇ ਤਿਆਰ ਕਰ ਦਿਆ ਕਰੀ। ਸਵੇਰ ਦੇ ਵਕਤ ਇੱਕ ਇੱਕ ਗਲਾਸ ਲੱਸੀ ਦਾ ਪੀਆ ਕਰਾਂਗੇ। ਸ਼ਾਮ ਨੂੰ ਨਹੀਂ ਕੁਝ ਖਾਵਾਂਗੇ। ਲਾਂਗਰੀ ਨੇ ਸਤ ਵਚਨ ਆਖਿਆ ਤੇ ਉਸੇ ਦਿਨ ਤੋਂ ਨਿਯਮ ਬਣਾ ਲਿਆ। ਹੋਰ ਤਾਂ ਸੰਗਤ ਰਾਤ ਦੇ 11 ਵਜੇ ਵਾਪਸ ਆ ਜਾਇਆ ਕਰੇ। ਇਹ ਦੋਵੇਂ ਇੱਕੋ ਚੌਂਕੜਾ ਮਾਰ ਕੇ ਸਵੇਰ ਤੱਕ ਬੈਠੇ ਰਹੇ। ਕੇਵਲ ਘੰਟੀ ਵੱਜੀ ਤੋਂ 2 ਵਜੇ ਉੱਠ ਕੇ ਸਰੀਰਕ ਕਿਰਿਆ ਤੇ ਇਸ਼ਨਾਨ ਕੀਤਾ, ਫਿਰ ਉਸੇ ਜਗ੍ਹਾ ਹੀ ਆ ਬੈਠੇ। ਸਵੇਰੇ ਇੱਕ ਗਲਾਸ ਲੱਸੀ ਦਾ ਪੀਤਾ ਤੇ ਫਿਰ ਬਾਹਰ ਨੂੰ ਚਲੇ ਗਏ। ਦੁਪਹਿਰੇ ਇਸੇ ਤਰ੍ਹਾਂ ਹੀ ਬੈਠੇ ਰਹੇ। ਕਮਰੇ ਵਿੱਚ ਨਾ ਸੰਤ ਜੀ ਮਹਾਰਾਜ ਆਪ ਵੜੇ, ਨਾ ਉਹਨੂੰ ਜਾਣ ਦਿੱਤਾ। ਇਸ ਸੰਤ ਦੀ ਖੁਰਾਕ ਤਾਂ ਸੁੱਖ ਨਾਲ ਕਾਫੀ ਸੀ। ਉਹ ਖੁਰਾਕ ਨਾਲ ਵੀ ਚੰਗੀ ਤਰ੍ਹਾਂ ਪੇਟ ਭਰ ਕੇ ਬੈਠੇ ਹੀ ਸੌਂ ਜਾਇਆ ਕਰਦਾ ਸੀ। ਪਰ ਛੋਟੇ ਸੰਤ ਮਹਾਰਾਜ ਦੇ ਅੰਦਰ ਸਚਾਈ ਸੀ। ਉਹ ਨਾ ਕੁਝ ਵੱਖਰਾ ਆਪ ਛਕਦੇ, ਨਾ ਉਹਨੂੰ ਅੱਡ ਹੋ ਕੇ ਕੁਝ ਛਕਣ ਦਿੰਦੇ। ਅੱਡ ਹੀ ਨਹੀਂ ਸੀ ਹੋਣ ਦਿੰਦੇ ਮਹਾਰਾਜ ਤਾਂ। ਨਾ ਆਰਾਮ ਆਪ ਕਰਦੇ ਤੇ ਨਾ ਉਹਨੂੰ ਕਰਨ ਦਿੰਦੇ। ਤੀਜੀ ਰਾਤ ਨੂੰ ਇਹ ਕਾਫੀ ਤੰਗ ਹੋ ਗਿਆ ਵਿਚਾਰਾ, ਪਰ ਫਿਰ ਵੀ ਹਟ ਕਰਕੇ ਨਾਲ ਹੀ ਫਿਰਦਾ ਰਿਹਾ। ਇਸ ਨੇ ਕਈ ਵਾਰੀ ਬੈਠਿਆਂ ਹੀ ਸੌਣ ਦੀ ਕੋਸ਼ਿਸ਼ ਕੀਤੀ ਤਾਂ ਚੌਥੀ ਰਾਤ ਨੂੰ ਸੰਤ ਮਹਾਰਾਜ ਨੇ ਆਪਣੀ ਅਤੇ ਇਹਦੀ ਬਾਹ ਨਾਲ ਇੱਕ ਰੱਸੀ ਬੰਨ੍ਹ ਦਿੱਤੀ। ਰੱਸੀ ਬੰਨ੍ਹ ਲਈ ਤੇ ਕੁਝ ਕੁ ਫਾਸਲੇ ਤੇ ਬੈਠ ਗਏ। ਜਦੋਂ ਉਹ ਸੌਣ ਵਾਸਤੇ ਨੀਵੀਂ ਪਾਵੇ, ਸੰਤ ਮਹਾਰਾਜ ਰੱਸੀ ਖਿੱਚ ਲੈਣ। ਇਹ ਉਹ ਬੈਠਿਆ ਹੀ ਆਰਾਮ ਨਾ ਕਰ ਸਕੇ। ਨਾ ਖਾਣ ਨੂੰ ਪੂਰਾ ਰਾਸ਼ਨ ਮਿਲਦਾ, ਕਿਉਂਕਿ ਇੱਕੋ ਜਿਹੀ ਛਕਦੇ। ਕਿਉਂਕਿ ਮਜਬੂਰੀ ਦੀ ਹਾਲਤ ਵਿੱਚ 8 ਰਾਤਾਂ ਤੇ 8 ਦਿਨ ਬੀਤ ਗਏ। ਸੰਤ ਜੀ ਮਹਾਰਾਜ ਵੀ ਨਾਲ ਹੀ ਰਹੇ, ਨਾ ਵੱਖ ਹੋਣ ਦਿੱਤਾ, ਨਾ ਕੁਛ ਖਾਣ ਤੇ ਪੀਣ ਦਿੱਤਾ। ਅਖੀਰ 192 ਘੰਟਿਆਂ ਤੋਂ ਬਾਅਦ ਉਸਨੇ ਆ ਕੇ ਸੰਤ ਮਹਾਰਾਜ ਦੇ ਚਰਨ ਪਕੜ ਲਏ ਤੇ ਆਖਿਆ, ਮਹਾਰਾਜ ਮੈਂ ਬਾਹਰੋਂ ਤੁਹਾਡੀ ਸਿਫਤ ਸੁਣ ਕੇ ਦੇਖਣ ਆਇਆ ਸਾਂ। ਹੁਣ ਮੇਰੇ ਮਨ ਵਿੱਚ ਪੂਰਨ ਵਿਸ਼ਵਾਸ ਹੋ ਗਿਆ ਹੈ। ਜੋ ਕੁਝ ਸੁਣਿਆ ਸੀ ਉਹ ਹੀ ਅੱਖੀਂ ਵੇਖ ਲਿਆ ਹੈ। ਇਹ ਮੇਰੀ ਗਲਤੀ ਸੀ ਜੋ ਮੈਂ ਤੁਹਾਡੀ ਸੰਗਤ ਕਰਨ ਵਾਲੇ ਸਿੰਘਾਂ ਤੇ ਸ਼ੰਕਾ ਕੀਤੀ ਕਿ ਇਸ ਵਕਤ ਹੀ ਆ ਕੇ ਸੌਂਦੇ ਐ। ਪਰ ਇਹ ਤੁਹਾਡੀ ਚਾਲੀ ਠੀਕ ਹੈ, ਮੇਰੀ ਚਾਲੀ ਗਲਤ ਹੈ। ਮੇਰੇ ਮਨ ਵਿੱਚ ਮੈਨੂੰ ਆਪਣੀ ਤਪੱਸਿਆ ਦਾ ਮਾਣ ਜਿਹਾ ਹੋ ਗਿਆ ਸੀ। ਉਹ ਆਪ ਦੀ ਕਿਰਪਾ ਨਾਲ ਹੁਣ ਮਾਣ ਹੰਕਾਰ ਦੂਰ ਹੋ ਗਿਆ ਹੈ। ਸਾਧੂ ਦੀ ਸੰਗਤ ਹਰ ਇੱਕ ਦੇ ਮਨ ਦਾ ਮਾਣ ਮੇਟ ਦਿਆ ਕਰਦੀ ਹੈ। ਸੰਤ ਜੀ ਨੇ ਕਿਹਾ, ਤੇਰੀ ਮਰਜ਼ੀ ਹੈ। ਜੇ ਕੁਝ ਦਿਨ ਹੋਰ ਬੈਠਣਾ ਚਾਹੁੰਦਾ ਅਸੀਂ ਤਾਂ ਭਾਈ ਤਿਆਰ ਆ, ਹੋਰ ਬੈਠ ਲੈ। ਸਾਡਾ ਤਾਂ ਕੰਮ ਹੀ ਇਹੋ ਹੈ, ਭਜਨ ਕਰਨਾ ਤੇ ਭਜਨ ਕਰਾਉਣਾ, ਨਾਮ ਜਪਣਾ ਤੇ ਨਾਮ ਜਪਾਉਣਾ। ਇਹ ਕੰਮ ਸਾਧੂਆਂ ਦਾ। ਹੋਰ ਜ਼ਿੰਮੇਵਾਰ ਸੱਜਣਾ ਨੇ ਆਪਣੀਆਂ ਡਿਊਟੀਆਂ ਵੀ ਕਰਨੀਆਂ ਹੁੰਦੀਆਂ। ਇਸੇ ਕਰਕੇ ਰਾਤ ਨੂੰ 3 ਘੰਟੇ ਤੇ ਦਿਨ ਨੂੰ 1 ਘੰਟਾ ਆਰਾਮ ਕਰਦੇ ਹਨ। ਜੇਕਰ ਲਾਂਗਰੀ ਵੀ ਇਸੇ ਤਰ੍ਹਾਂ ਤੁਹਾਡੇ ਪਾਸ ਹੀ ਬੈਠੇ ਜਾਂ ਬੈਠੇ ਰਹਿਣ, ਫਿਰ ਲੰਗਰ ਕੌਣ ਤਿਆਰ ਕਰੇਗਾ? ਹੋਰ ਡਿਊਟੀਆਂ ਵਾਲੇ ਸੱਜਣਾ ਦਾ ਕੰਮ ਕਿਵੇਂ ਚੱਲੇਗਾ?
ਇਸ ਨੇ ਸ਼ਾਮ ਨੂੰ ਵੀ ਦੀਵਾਨ ਦੇ ਸਮੇਂ ਖੜਿਆ ਹੋ ਕੇ ਸੰਗਤ ਤੋਂ ਮਾਫੀ ਮੰਗੀ ਅਤੇ ਵੱਡੇ ਸੰਤ ਜੀ ਮਹਾਰਾਜ ਤੋਂ ਵੀ ਭੁੱਲ ਮਾਫ ਕਰਵਾਈ। ਫਿਰ ਇੱਥੇ ਤਕਰੀਬਨ 6 ਮਹੀਨੇ ਟਿਕਿਆ ਰਿਹਾ। ਰਾਤ ਨੂੰ ਸੰਗਤ ਨਾਲ ਭਜਨ ਕਰਦਾ, ਦਿਨੇ ਹੋਰ ਸੇਵਾਵਾਂ ਕਰਦਾ। ਦੋਵੇਂ ਵੇਲੇ ਸਵੇਰ ਤੇ ਸ਼ਾਮ ਨੂੰ ਦਰਬਾਰ ਵਿੱਚ ਕਥਾ ਕੀਰਤਨ ਦੇ ਸਮੇਂ ਹਜ਼ੂਰੀ ਦੇ ਵਿੱਚ ਹਾਜ਼ਰੀ ਭਰਦਾ। ਫਿਰ ਛੁੱਟੀ ਲੈ ਕੇ ਚਲਿਆ ਗਿਆ ਤੇ ਹੋਰ ਥਾਵਾਂ ਤੇ ਵੀ ਜਾ ਕੇ ਸਥਾਨ ਦਾ ਜਸ ਮਹਿਮਾ ਵਡਿਆਈ ਕਰਦਾ ਰਿਹਾ। ਇਹ ਹੋਰ ਵੀ ਬਹੁਤ ਸਾਰੇ ਪ੍ਰੇਮੀ ਇਥੋਂ ਦੀ ਚਾਲੀ ਤੇ ਤਪੱਸਿਆ ਦੇਖਣ ਹੀ ਆਉਂਦੇ, ਪਰ ਜਾਣ ਸਮੇਂ ਬੜੇ ਪ੍ਰਭਾਵਿਤ ਹੋ ਕੇ ਜਾਇਆ ਕਰਦੇ, ਕਿਉਂਕਿ ਇਥੋਂ ਦੀ ਤਪੱਸਿਆ ਬੜੀ ਮਸ਼ਹੂਰ ਅਤੇ ਫੇਮਸ ਸੀ। ਅਸਥਾਨ ਵਾਸੀਆਂ ਦੀ ਨਿਤ ਕਿਰਿਆ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਹਾੜ ਸਿਆਲ ਸਾਰੇ ਪ੍ਰੇਮੀ ਸੰਤ ਜੀ ਮਹਾਰਾਜ ਦੇ ਨਾਲ ਨਹਿਰ ਦੇ ਕੰਢੇ ਜਾਂਦੇ, ਚੌਂਕੜੇ ਮਾਰ ਕੇ ਇਕਾਗਰ ਮਨ ਦੁਆਰਾ ਸਿਮਰਨ ਵਿੱਚ ਜੁੜ ਜਾਂਦੇ। ਪੂਰੀ ਸ਼ਰਧੀ ਵਿੱਚ ਵੀ ਉੱਪਰ ਕੇਵਲ ਇੱਕੋ ਹੀ ਚਾਦਰ ਹੋਇਆ ਕਰਦੀ। ਜੇ ਕਿਸੇ ਨੂੰ ਆਲਸ ਆਉਂਦੀ ਤਾਂ ਉਹ ਫਿਰ ਤੁਰ ਕੇ ਬਾਣੀ ਦਾ ਪਾਠ ਕਰਨ ਲੱਗ ਜਾਂਦੇ। ਫਿਰ ਗੁਰੂ ਦਰਬਾਰ ਦੀ ਹਾਜ਼ਰੀ, ਸੂਰਜ ਚੜ੍ਹੇ ਤੋਂ ਲੰਗਰ ਦੀ ਘੰਟੀ ਵੱਜਣੀ, ਜਲ ਪਾਣੀ ਛਕ ਕੇ ਫਿਰ ਬਾਹਰ ਨੂੰ ਤੁਰ ਜਾਣਾ। 4-5 ਮੀਲ ਦੇ ਏਰੀਏ ਵਿੱਚ ਖਿੰਡ ਕੇ ਵਿਚਰਦੇ। ਦੁਪਹਿਰ ਦੇ ਸਮੇਂ ਪ੍ਰਸ਼ਾਦ ਪਾਣੀ ਛਕ ਕੇ ਕੇਵਲ 1 ਘੰਟਾ ਆਰਾਮ ਕਰਦੇ। ਫਿਰ ਪਿਛਲੇ ਪਹਿਰ ਰਾਤ ਨੂੰ ਤੁਰ ਪੈਂਦੇ। ਸ਼ਾਮ ਦੇ ਵਕਤ ਜਦੋਂ ਰਹਿਰਾਸ ਦੀ ਘੰਟੀ ਵੱਜਦੀ ਫੇਰ ਵਾਪਸ ਮੁੜਿਆ ਕਰਦੇ। ਸ਼ਾਮ ਨੂੰ ਲੰਗਰ ਤਾਂ ਤਿਆਰ ਹੁੰਦਾ, ਘੰਟੀ ਵੀ ਲਾਈ ਜਾਂਦੀ, ਪਰ ਬਾਹਰਲੇ ਯਾਤਰੀ ਪ੍ਰਸ਼ਾਦਾ ਛਕਦੇ। ਅਸਥਾਨਕ ਪ੍ਰੇਮੀ ਤਾਂ 8 ਪਹਿਰੀ ਹੀ ਦੁਪਹਿਰ ਦੇ ਸਮੇਂ ਪ੍ਰਸ਼ਾਦ ਪਾਣੀ ਛਕਿਆ ਕਰਦੇ, ਜਾਂ ਫਿਰ ਬਾਅਦ ਵਿੱਚ ਸਵੇਰ ਦੇ ਸਮੇਂ ਹਾਜ਼ਰੀ ਪੱਕਣ ਲੱਗ ਗਈ ਸੀ, ਉਹ ਵੀ ਕੰਮ ਵਾਲੇ ਪ੍ਰੇਮੀ ਜਾਂ ਬਾਹਰਲੇ ਮੁਸਾਫਰ ਛਕਦੇ। ਭਜਨ ਸਿਮਰਨ ਵਾਲੇ ਗੁਰਮੁਖ ਤਾਂ ਕੇਵਲ ਲੱਸੀ ਦਾ ਗਲਾਸ ਹੀ ਪੀਆ ਕਰਦੇ। ਚਾਹ ਵੀ ਕੋਈ ਪ੍ਰੇਮੀ ਛਕਦਾ ਹੁੰਦਾ ਸੀ, ਆਮ ਨਹੀਂ ਸੀ ਛਕਦੇ, ਬਣਦੀ ਰੋਜ਼ ਸੀ। ਇਹ 8 ਪਹਿਰ ਦੀ ਮਰਿਆਦਾ ਤੇ ਚਾਲੀ ਇਸੇ ਤਰ੍ਹਾਂ ਇੱਕ ਰਸ ਉਦੋਂ ਦੀ ਆਰੰਭ ਹੋਈ, ਹੁਣ ਤੱਕ ਚਲਦੀ ਆ ਰਹੀ ਹੈ। ਦਰਸ਼ਨਾਂ ਵਾਸਤੇ ਆਉਣ ਵਾਲੇ ਮਹਾਪੁਰਸ਼ ਜਿਵੇਂ ਮਿਕਨਾਤੀ ਸ਼ਲੋਕੇ ਦੇ ਨਿੱਕੇ ਨਿੱਕੇ ਜ਼ਰਿਆਂ ਨੂੰ ਇੱਕ ਥਾਂ ਇਕੱਠਾ ਕਰ ਲੈਂਦੀ ਹੈ। ਇਸੇ ਤਰ੍ਹਾਂ ਆਪ ਜੀ ਦੀ ਤਪੱਸਿਆ ਤੇ ਤਤਿਕਸ਼ਾ ਦੀ ਸ਼ੌਹਰਤ ਸੁਣ ਕੇ ਅਤੇ ਲੰਗਰ ਦੀ ਮਰਿਆਦਾ ਦੇਖਣ ਵਾਸਤੇ ਬਹੁਤ ਸਾਰੇ ਮਹਾਤਮਾ ਪੁੱਜਿਆ ਕਰਦੇ। ਸੰਤ ਨੰਦ ਸਿੰਘ ਜੀ ਕਰਮਕਾਂਡੀ, ਇਹ ਪਿਸ਼ੌਰ ਇਲਾਕੇ ਦੇ ਮਹਾਪੁਰਸ਼ ਨਿਹੰਗ ਸਿੰਘ ਸਜੇ ਹੋਏ ਸਨ। ਉਮਰ 50 ਸਾਲਾਂ ਦੇ ਕਰੀਬ ਸੀ। ਗੁਰੂ ਕੇ ਲੰਗਰ ਵਿੱਚੋਂ ਰਸ਼ਦ ਲੈ ਕੇ ਆਪਣੇ ਹੱਥੀਂ ਕੇਵਲ 8 ਪਹਿਰਾਂ ਦੇ ਬਾਅਦ ਰਾਤ ਦੇ 12 ਵਜੇ ਇੱਕ ਵਾਰੀ ਤਿਆਰ ਕਰਕੇ ਛਕਦੇ। ਸੰਤ ਜਿਉਣ ਸਿੰਘ ਜੀ ਵਿਰਕਤ, ਇਹ ਸੰਤ ਮਸਤੂਆਣੇ ਸਾਹਿਬ ਵਾਲੇ ਮਹਾਰਾਜ ਦੇ ਸੇਵਕ ਤੇ ਯੋਗਾ ਅਭਿਆਸੀ ਸਨ। ਵਿਰਕਤ ਇਤਨਾ ਤਿੱਖਾ ਸੀ ਕਿ ਛੱਤੇ ਮਕਾਨ ਦੇ ਥੱਲੇ ਨਹੀਂ ਸੀ ਵੜਦਾ ਹੁੰਦਾ। ਤੇੜੇ ਕੋ ਕਸ਼ਹਿਰਾ, ਸਿਰ ਤੇ ਖੱਦਰ ਦਾ ਅਧਗਜ ਪਰਨਾ, ਪੈਰੋਂ ਤੇ ਗਲੋਂ ਨੰਗਾ, ਪਾਸ ਇੱਕ ਮਿੱਟੀ ਦਾ ਪਿਆਲਾ ਰੱਖਦਾ ਸੀ। ਸੰਤ ਜੀ ਮਹਾਰਾਜ ਨਾਲ 10ਵੇਂ ਦੁਆਰ ਸੰਬੰਧੀ ਬਚਨ ਬਿਲਾਸ ਅਕਸਰ ਕਰਿਆ ਕਰਦਾ। ਬਾਬਾ ਜਵਾਰ ਸਿੰਘ ਆਪੇ ਆਪ ਇਹਨਾਂ ਨੂੰ ਕਿਹਾ ਕਰਦੇ। ਇਹ ਕਟਾਣੇ ਪਿੰਡ ਦਾ ਬਾਬਾ ਰਾਮ ਸਿੰਘ ਜੀ ਨਾਮਧਾਰੀ ਬਜ਼ੁਰਗਾਂ ਦਾ ਸੇਵਕ ਸੀ। ਪਹਿਲਾਂ ਵੱਡੇ ਸੰਤਾਂ ਸਮੇਂ ਰੇਰੂ ਸਾਹਿਬ ਵੀ ਆਉਂਦਾ ਹੁੰਦਾ, ਫਿਰ ਇੱਥੇ ਆਉਣ ਲੱਗ ਪਿਆ। ਸਰੀਰ ਬਿਰਧ ਤੇ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ। ਗਰਮੀਆਂ ਸਰਦੀਆਂ ਵਿੱਚ ਇੱਕੋ ਇੱਕ ਬੋਰੀ ਦਾ ਝੁੱਲ ਹੁੰਦਾ। ਉਸ ਨੂੰ ਕਿਸੇ ਨੇ
ਰਾਤ ਨੂੰ ਸੁੱਤਾ ਪਿਆ ਨਹੀਂ ਸੀ ਦੇਖਿਆ। ਸਾਰੀ ਰਾਤ ਤੁਰਿਆ ਹੀ ਰਹਿੰਦਾ, ਬੇਪਰਵਾਹ ਇਤਨਾ ਕਿ ਦੋਵੇਂ ਸੰਤ ਮਹਾਰਾਜ ਬਿਨਾਂ ਹੋਰ ਕਿਸੇ ਨਾਲ ਗੱਲ ਵੀ ਨਹੀਂ ਸੀ ਕਰਦਾ ਹੁੰਦਾ। ਜੇ ਕੋਈ ਪੁੱਛੇ ਉਸ ਨੂੰ ਦੱਸਣਾ ਕੁਝ ਵੀ ਨਹੀਂ, ਬਸ ਆਪੇ ਆਪ ਹੈ, ਆਪੇ ਆਪ ਹੈ, ਇਸ ਤਰ੍ਹਾਂ ਆਖਦੇ ਰਹਿਣਾ। ਇਹ ਚੰਗੀ ਨਿਸ਼ਠਾ ਵਾਲਾ ਸ਼ਕਤੀ ਸੰਪੰਨ ਸਾਧੂ ਸੀ। ਆਉਣ ਵਾਲੇ ਸਮੇਂ ਦੇ ਭਵਿੱਖਵਾਕ ਦੱਸੀ ਜਾਣੇ, ਪਰ ਸਮਝਾਉਣਾ ਕਿਸੇ ਨੂੰ ਕੁਝ ਨਹੀਂ। ਮੋਨੀ ਰਣ ਸਿੰਘ ਇੱਕ ਕੁਹਾੜੇ ਦੇ ਪਾਸ ਜੰਡਾਲੀ ਪਿੰਡ ਹੈ ਜਿਹੜਾ, ਉੱਥੋਂ ਦਾ ਸੀ। ਲੁਧਿਆਣਾ ਸਮਰਾਲਾ ਰੋਡ ਤੇ ਕਟਾਣੀ ਕਲਾਂ ਦੇ ਕੋਲ ਹੈ। ਬੋਲਦਾ ਕਿਸੇ ਨਾਲ ਉੱਕਾ ਹੀ ਨਹੀਂ ਸੀ ਹੁੰਦਾ। ਦਿਨੇ ਲੁਕ ਛਿਪ ਕੇ ਸਮਾਂ ਬਤੀਤ ਕਰ ਲੈਂਦਾ ਕਿ ਲੋਕ ਬੁਲਾਉਣ ਹੀ ਨਾ। ਰਾਤ ਨੂੰ ਰਾਹਾਂ ਵਿੱਚ ਤੁਰਿਆ ਫਿਰਦਾ ਰਹਿਣਾ। ਇਹ ਵੀ ਕਾਫੀ ਚਿਰ ਇੱਥੇ ਟੱਕੀ ਚ ਟਿਕਿਆ ਰਿਹਾ ਰਾੜਾ ਸਾਹਿਬ। ਰਿਸ਼ੀ ਮੂਲ ਸਿੰਘ, ਇਹ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਸਾਹਿਬ ਵਾਲਿਆਂ ਦੇ ਸੇਵਕ ਸਨ। ਪਿਸ਼ੌਰ ਸ਼ਹਿਰ ਦੇ ਵਸਨੀਕ ਖੱਤਰੀ ਘਰਾਣੇ ਦਾ ਸਰੀਰ ਸੀ। ਇਹ ਵੱਡੇ ਸੰਤਾਂ ਦੇ ਸਮੇਂ ਤੋਂ ਰੇਰੂ ਸਾਹਿਬ ਆਇਆ ਕਰਦੇ। ਚੰਗੀ ਨਿਸ਼ਠਾ ਵਾਲੇ, ਨਿਮਰਤਾ ਦੇ ਪੁੰਜ, ਹਰਿਦੁਆਰ ਦੇ ਕੁੰਭ ਤੋਂ ਵਾਪਸ ਆਉਂਦੇ ਕਾਫੀ ਸਮਾਂ ਠਹਿਰੇ। ਇਹਨਾਂ ਦੀ ਕਥਾ ਪੱਛਮੀ ਪ੍ਰਕਾਸ਼ ਗ੍ਰੰਥ ਵਿੱਚ ਵੀ ਆ ਚੁੱਕੀ ਹੈ। ਬਾਬਾ ਸੁੱਚਾ ਸਿੰਘ ਜੀ, ਇਹਨਾਂ ਦਾ ਪਿੰਡ ਮਾਨਸਾ ਮੰਡੀ ਦੇ ਪਾਸ ਭੀਖੀ ਕਲਾਂ ਸੀ। ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਸੇਵਕ ਸਨ। ਵੱਡੇ ਸੰਤਾਂ ਦੇ ਸਮੇਂ ਰੇਰੂ ਸਾਹਿਬ ਆਉਂਦੇ ਰਹੇ। ਬੜੇ ਵੀਤਰਾਗ ਤਤਿਕਸ਼ਾ ਵਾਲੇ ਸਾਧੂ ਸਨ। ਇਹ ਗੁਰਦੁਆਰਾ ਕਰਮਸਰ ਵਿਖੇ 10 ਜੂਨ 1945 ਈਸਵੀ ਐਤਵਾਰ ਨੂੰ ਸ਼ਾਮ ਦੇ 5 ਵਜੇ, ਇੱਕ ਮਹੀਨਾ ਪਹਿਲਾਂ ਦੱਸ ਕੇ ਸੱਚਖੰਡ ਨੂੰ ਗਏ। ਇਹਨਾਂ ਦਾ ਜੀਵਨ ਵੀ ਆਪਾਂ ਜਦੋਂ ਪੱਛਮੀ ਪ੍ਰਕਾਸ਼ ਦੀ ਕਥਾ ਆਰੰਭ ਕਰਾਂਗੇ ਉਹਦੇ ਵਿੱਚ ਵਿਚਾਰ ਕਰਾਂਗੇ। ਭਾਈ ਗਿਆਨੀ ਸੁੰਦਰ ਸਿੰਘ ਜੀ ਵਿਰਕਤ, ਜੋ ਜੈਤੋਂ ਦੇ ਪਾਸ ਰਾਮੇਆਣਾ ਪਿੰਡ ਹੈ, ਕਾਫੀ ਸਮਾਂ ਠਹਿਰੇ। ਇਸ ਜਗ੍ਹਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਾਝਾ ਵਾਸੀ ਸਿੰਘਾਂ ਨੇ ਬਾਦਸ਼ਾਹ ਔਰੰਗਜ਼ੇਬ ਨਾਲ ਸੁਲ੍ਹਾ ਕਰਨ ਵਾਸਤੇ ਬੇਨਤੀ ਕੀਤੀ ਸੀ। ਰਾਮੇਆਣਾ ਜਿੱਥੇ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਦੇ ਮਹਾਪੁਰਸ਼ ਸਨ। ਹਜ਼ੂਰ ਨੇ ਇਹਨਾਂ ਨੂੰ ਮੂੰਹ ਤੋੜਵਾਂ ਉੱਤਰ ਦੇ ਕੇ ਕਿਹਾ ਸੀ ਕਿ ਜੇਕਰ ਤੁਸੀਂ ਸਾਨੂੰ ਉਪਦੇਸ਼ ਕਰਨ ਵਾਸਤੇ ਆਏ ਹੋ ਤਾਂ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਤੋਂ ਬਿਨਾ ਹੋਰ ਕਿਸੇ ਦੇ ਉਪਦੇਸ਼ ਦੀ ਜ਼ਰੂਰਤ ਨਹੀਂ। ਜੇਕਰ ਸਿੱਖ ਬਣ ਕੇ ਆਏ ਹੋ ਤਾਂ ਸਾਨੂੰ ਇਹੋ ਜਿਹੇ ਸਿੱਖਾਂ ਦੀ ਵੀ ਕੋਈ ਲੋੜ ਨਹੀਂ ਜੋ ਕਾਇਰਪੁਣਾ ਦਰਸਾਉਣ। ਜਦੋਂ ਪੰਚਮ ਪਾਤਸ਼ਾਹ ਨੂੰ ਤੱਤੀਆਂ ਲੋਹਾਂ ਤੇ ਬਿਠਾਇਆ ਸੀ, ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਸੀ, ਸਹਿਜਾਦੇ ਨੀਹਾਂ ਵਿੱਚ, ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਸਨ। ਉਸ ਸਮੇਂ ਤੁਸੀਂ ਇਹੋ ਜਿਹੀ ਸਿੱਖਿਆ ਦੇਣ ਕਿੱਥੇ ਚਲੇ ਗਏ ਸੀ? ਇਹ ਉਸ ਰਾਮਿਆਣੇ ਦਾ ਇਤਿਹਾਸ ਹੈ। ਇੱਥੇ ਦਸਮ ਪਾਤਸ਼ਾਹ ਮਹਾਰਾਜ ਦੇ ਆਉਣ ਦੀ ਯਾਦ ਵਿੱਚ ਇਹਨਾਂ ਨੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਹੈ। ਇਹ ਮਹਾਪੁਰਸ਼ ਬੜੇ ਤਤਕਸ਼ੀ ਸਨ। ਇੱਕ ਰਸ ਚੌਂਕੜਾ ਮਾਰ ਕੇ ਰੋਜ਼ ਪੰਜੀ ਸੁਖਮਨੀ ਸਾਹਿਬ ਦੇ ਪਾਠ ਕਰਦੇ, ਬਾਅਦ ਵਿੱਚ ਅਨਜਲ ਛਕਦੇ। ਹੋਰ ਨਿਤਨੇਮ ਵੱਖਰਾ ਸੀ ਇਹਨਾਂ ਦਾ। ਕਥਾ ਵਾਰਤਾ ਵੀ ਬੜੀ ਕਰਿਆ ਕਰਦੇ। ਵਿਦਿਆਰਥੀ ਵੀ ਕਾਫੀ ਪੜ੍ਹਦੇ, ਲੰਗਰ ਵੀ ਚੱਲਦੇ, ਪੂਰਨ ਗੁਰਮਰਿਆਦਾ ਵਾਲੇ ਸਨ। ਪਹਿਲੇ ਟੱਕੇ ਇਕੱਠੇ 9 ਮਹੀਨੇ ਰਹੇ। ਪੰਡਿਤ ਮਾਨ ਸਿੰਘ ਦਮਦਮੀਏ, ਇਹ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਅਤਲੇ ਵਾਲੇ ਮਹਾਰਾਜ ਦੇ ਸੇਵਕ ਸਨ। ਕਿਉਂਕਿ 4 ਸੰਤ ਬਾਬਾ ਅਤਰ ਸਿੰਘ ਮਹਾਰਾਜ ਇੱਕੋ ਟਾਈਮ 'ਚ ਹੋਏ ਨੇ। ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਰੇਰੂ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਮਹਾਰਾਜ ਅਤਲੇ ਵਾਲੇ, ਸੰਤ ਬਾਬਾ ਅਤਰ ਸਿੰਘ ਮਹਾਰਾਜ ਘੁਨਸਾਂ ਵਾਲੇ। 4 ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਮਹਾਰਾਜ ਹੋਏ ਹਨ। ਇਹ ਪੰਡਿਤ ਮਾਨ ਸਿੰਘ ਜੀ ਦਮਦਮੀ ਅਤਲੇ ਵਾਲੇ ਮਹਾਰਾਜ ਦੇ ਸੇਵਕ ਸਨ। ਉਹਨਾਂ ਨੇ ਵੀ ਹਰਿਦੁਆਰ ਤੇ ਕਾਸ਼ੀ ਭੇਜ ਕੇ ਪੰਡਿਤ ਬਣਾਏ। ਇਹਨਾਂ ਦਾ ਨਗਰ ਅਤਲਾ ਤੇ ਬ੍ਰਾਹਮਣਾਂ ਦੇ ਘਰ ਦਾ ਸਰੀਰ ਸੀ।
ਇੱਥੇ ਕਈ ਦਿਨ ਕਥਾ ਕਰਦੇ ਰਹੇ। ਜਾਣ ਸਮੇਂ ਸੰਤ ਜੀ ਮਹਾਰਾਜ ਨੂੰ ਬੇਨਤੀ ਕਰਕੇ 4 ਬੱਚੇ ਪੜਾਉਣ ਵਾਸਤੇ ਨਾਲ ਲੈ ਗਏ। ਗਿਆਨੀ ਬਲਵੀਰ ਸਿੰਘ ਜੀ ਪੁੱਟੇ ਵਾਲੇ, ਗਿਆਨੀ ਗੁਰਬਖਸ਼ ਸਿੰਘ ਜੀ ਦਬਲਾਨ ਪਿੰਡ ਦੇ, ਗੁਰਦੇਵ ਸਿੰਘ ਤੇ ਗੁਰਨਾਮ ਸਿੰਘ ਕਟਾਰੀ ਪਿੰਡ ਦੇ। ਇਹਨਾਂ ਵਿੱਚੋਂ ਕੇਵਲ ਗਿਆਨੀ ਬਲਵੀਰ ਸਿੰਘ ਹੀ ਪੜ੍ਹ ਕੇ ਪ੍ਰਸਿੱਧ ਹੋਏ ਸਨ। ਸੰਤ ਅਤਰ ਸਿੰਘ ਜੀ ਅਤਲੇ ਵਾਲੇ ਮਹਾਰਾਜ ਚੰਗੇ ਨੇਸ਼ਟਾ ਵਾਲੇ ਬੀਤ ਰਾਗ ਸਾਧੂ ਸਨ। ਹਜ਼ੂਰ ਦੇ ਪ੍ਰੇਮ ਦਾ ਸਦਕਾ ਇਹ ਵੀ ਕਈ ਦਿਨ ਟੱਕੀ ਟਿਕੇ। ਪੰਡਤ ਪ੍ਰੇਮ ਸਿੰਘ ਜੀ ਹਰਦੁਆਰ ਵਾਲੇ ਮਹੀਨਾ ਠਹਿਰ ਕੇ ਗੁਰਬਾਣੀ ਦੇ ਇੱਕੋ ਹੀ ਸ਼ਬਦ ਦੀ ਵਿਆਖਿਆ ਕਰੀ ਜਾਂਦੇ ਹੁੰਦੇ, ਮਹੀਨਾ। ਇਹ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਪੋਤੇ ਚੇਲੇ ਅਤੇ ਪੰਡਤ ਤਾਰਾ ਸਿੰਘ ਜੀ ਦੇ ਸ਼ਿਸ਼ ਸਨ। ਵੱਡੇ ਸੰਤ ਜੀ ਮਹਾਰਾਜ ਦੇ ਸਮੇਂ ਤੋਂ ਰੇਰੂ ਸਾਹਿਬ ਆਇਆ ਕਰਦੇ। ਲੰਡੇ ਪਿੰਡ ਦਾ ਪੰਡਤ ਮਤਾਬ ਦਾਸ ਉਦਾਸੀ, ਇਹ ਸਿੰਧ ਦੇ ਇਲਾਕੇ ਸੱਖਰ ਰੋੜੀ ਸਾਧ ਵੇਲੇ ਵਾਲੇ ਮਹਾਪੁਰਸ਼ ਸੰਤ ਹਰਨਾਮਦਾਸ ਜੀਆਂ ਦਾ ਸ਼ਿਸ਼ ਸੀ। ਭਾਵੇਂ ਇਹ ਨੇਤਰਹੀਣ ਸੀ, ਇਹ ਕਈ ਮਹੀਨੇ ਕਥਾ ਕਰਦਾ ਰਿਹਾ। ਹੁਣ ਜਿਨ੍ਹਾਂ ਦੇ 2-2 ਅੱਖਾਂ, 2-2 ਕੰਨ ਹਨ, 2-2 ਹੱਥ ਪੈਰ, ਰਸਨਾ ਹੈ, ਉਹਨਾਂ ਨੂੰ ਤਾਂ ਭਾਵੇਂ ਬਾਣੀ ਪੜ੍ਹਨੀ ਔਖੀ ਲੱਗਦੀ ਹੈ, ਪਰ ਪੁਰਾਤਨ ਵਿਦਵਾਨ ਸਾਧੂ ਸੰਤ ਮਹਾਪੁਰਸ਼ ਚਾਹੇ ਅੱਖਾਂ ਤੋਂ ਮਨਾਖੇ ਹੋਇਆ ਕਰਦੇ, ਉਹਨਾਂ ਦੇ ਵੀ ਗੁਰਬਾਣੀ ਸ਼ੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬੇਅੰਤ ਹੋਰ ਗ੍ਰੰਥ ਵੀ ਜਵਾਨੀ ਕੰਠ ਹੋਇਆ ਕਰਦੇ। ਗਿਆਨੀ ਭੋਲਾ ਸਿੰਘ ਜੀ ਇਹ ਕੋਕਰੀ ਕਲਾਂ ਦਾ ਮਹਾਨ ਵਿਦਵਾਨ ਕਥਾਵਾਚਕ ਗਿਆਨੀ ਸੀ। ਇੱਥੇ ਕਈ ਮਹੀਨੇ ਕਥਾ ਕਰ ਗਿਆ। ਰਾਗੀ ਸੰਤ ਸਿੰਘ ਇਹ ਪਿੱਟੇਵੱਡ ਦੇ ਡੇਰੇ ਵਿੱਚੋਂ ਸੀ, ਜੋ ਹੋਤੀ ਮਰਦਾਨ ਵਾਲੇ ਮਹਾਰਾਜਿਆਂ ਦੀ ਸ਼ਾਂਖ ਹੈ। ਕਈ ਮਹੀਨੇ ਕਥਾ ਕਰ ਗਿਆ। ਇੱਕ ਮੈਸਰ ਖਾਨੇ ਦਾ ਪ੍ਰੇਮੀ ਸੰਤ ਇੰਦਰ ਸਿੰਘ ਤਰੁਪ ਨੰਬਰ 2 ਪਟਿਆਲੇ ਤੋਪਖਾਨੇ ਚੋਂ ਨਾਮ ਕਟਵਾ ਕੇ ਆਇਆ ਸੀ। ਕਾਫੀ ਸਮਾਂ ਇੱਥੇ ਰਹੇ। ਗਿਆਨੀ ਨਰੈਣ ਸਿੰਘ ਜੀ ਵਿਦਿਆ ਮਾਰਤੰਡ ਮੁਜੰਗਾ ਵਾਲੇ ਪੰਡਿਤ, ਜਿਨ੍ਹਾਂ ਨੇ ਗੁਰਬਾਣੀ ਦੇ ਟੀਕੇ ਅਤੇ ਹੋਰ ਬਹੁਤ ਸਾਰੇ ਗ੍ਰੰਥ ਲਿਖੇ, ਉਹ ਵੀ ਇੱਥੇ ਆਏ। ਸੰਤ ਬਿਸ਼ਨ ਸਿੰਘ ਜੀ ਹਰਖੋਵਾਲ ਵਾਲੇ ਕਈ ਵਾਰ ਆਏ ਤੇ ਠਹਿਰੇ। ਸੰਤ ਬਿਸ਼ਨ ਸਿੰਘ ਜੀ ਕਾਂਝਲਾ ਵਾਲੇ ਇਹ ਵੀ ਦਰਸ਼ਨ ਕਰ ਗਏ ਸਨ। ਬਾਬੇ ਬਕਾਲੇ ਤੋਂ ਨਿਹੰਗ ਬਾਬਾ ਗੁਰਮੁਖ ਸਿੰਘ ਵੀ ਆਏ। ਗਿਆਨੀ ਵਰਿਆਮ ਸਿੰਘ ਜੀ ਮਹਾਰਾਜ ਧੂਰਕੋਟ ਸੰਗਰੂਰ ਵਾਲੇ, ਜੋ ਸੰਤ ਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਘੁਨਸਾ ਵਾਲਿਆਂ ਦੇ ਸੇਵਕ ਸਨ, ਇੱਥੇ ਸੰਗਤ ਸਮੇਤ ਆਏ ਅਤੇ ਕਈ ਦਿਨ ਕਥਾ ਕੀਤੀ। ਗਿਆਨੀ ਸਾਧੂ ਸਿੰਘ ਚਖਮੂ, ਜੋ ਵੱਡੇ ਸੰਤਾਂ ਦੇ ਸਮੇਂ ਤੋਂ ਰੇਰੂ ਸਾਹਿਬ ਕਥਾ ਕਰਿਆ ਕਰਦੇ। ਪ੍ਰਗਿਆ ਚਕਸ਼ੂ ਸੂਰਮਾ ਕਥਾ ਕਰਿਆ ਕਰਦੇ, ਇਹ ਵੀ ਕਈ ਵਾਰ ਇੱਥੇ ਆਏ ਅਤੇ ਕਥਾ ਕਰਕੇ ਗਏ। ਸੰਤ ਅਰਜਨ ਸਿੰਘ ਜੀ ਬੜਕੂ ਚੱਠਿਆਂ ਵਾਲੇ, ਜੋ ਬੜਾ ਸੁੰਦਰ ਕੀਰਤਨ ਕਰਿਆ ਕਰਦੇ। ਇਹਨਾਂ ਦੀ ਪ੍ਰੇਰਣਾ ਨਾਲ ਹੀ ਲਾਹੌਰ ਦੀ ਸੰਗਤ ਨੇ ਲਾਹੌਰ ਸ਼ਹਿਰ ਹਜ਼ੂਰ ਮਹਾਰਾਜ ਦੇ ਚਰਨ ਪਵਾਏ। ਸੰਤ ਸਾਧੂ ਸਿੰਘ ਜੀ ਵਿਰਕਤ ਅਤੇ ਗਿਆਨੀ ਗੁਰਦਿਆਲ ਸਿੰਘ ਜੀ ਠੱਕਰ ਵਾਲੀਏ ਵੀ ਆਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਿਦਿਆ ਮਾਰਤੰਗ ਭਿੰਡਰਾਂ ਵਾਲੇ ਇਹ ਵੀ ਜਥੇ ਸਮੇਤ ਆਏ। ਸੰਤ ਸ਼ਮਸ਼ੇਰ ਸਿੰਘ ਜੀ ਰਾਗੀ ਗੁੜਿਆਂ ਵਾਲੇ ਵੀ ਕਈ ਦਿਨ ਇੱਥੇ ਠਹਿਰੇ। ਰਾਗੀ ਪਾਖਰ ਸਿੰਘ ਆਲਮਗੀਰ, ਰਾਗੀ ਬਸੰਤ ਸਿੰਘ ਕਲਾੜ ਪਿੰਡ ਦਾ ਪ੍ਰਚਾਰਕ, ਭਗਤ ਸਾਹਿਬ ਸਿੰਘ ਜੀ ਨਵਾਂ ਪਿੰਡ, ਜੋ ਗਿਆਨੀ ਅਰਜਨ ਸਿੰਘ ਜੀ ਜਿਨ੍ਹਾਂ ਨੇ ਕਈ ਸਾਲ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਕੀਤੀ ਅਤੇ ਸਵੇਰੇ ਆਏ ਮਹਾਵਾਕ ਦੀ ਕਥਾ ਕਰਿਆ ਕਰਦੇ, ਉਹਨਾਂ ਦੇ ਪਿਤਾ ਸਨ। ਸੰਤ ਹਰੀ ਕਮਲ ਜੀ ਇਹ ਮਹਾਪੁਰਸ਼ 1935 ਈਸਵੀ 9 ਮਾਘ ਦੇ ਸਾਲਾਨਾ ਜੋੜ ਮੇਲੇ ਤੇ ਪਹਿਲੀ ਵਾਰ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਆਏ। ਉਸ ਸਮੇਂ ਉਹਨਾਂ ਦੇ ਨਾਲ 2 ਹੋਰ ਸਾਧੂ ਸਨ। ਖੜੋਕੇ ਗੁਰਬਾਣੀ ਦਾ ਕੀਰਤਨ ਵਿਖਿਆਨ ਸਮੇਤ ਕਰਿਆ ਕਰਦੇ। ਚੰਗੇ ਵਿਦਵਾਨ ਸਨ।
3 ਦਿਨ ਠਹਿਰੇ। ਮਹਾਪੁਰਸ਼ਾਂ ਨੇ ਬੜਾ ਸਤਿਕਾਰ ਕੀਤਾ। ਉਸ ਪਿਆਰ ਦਾ ਸਦਕਾ ਕਈ ਵਾਰ ਫਿਰ ਦਰਸ਼ਨ ਬਖਸ਼ੇ। ਸੰਤ ਜੀ ਮਹਾਰਾਜ ਤੇ ਪੂਰਨ ਭਾਵਨਾ ਰੱਖਦੇ ਸਨ। ਜਥੇ ਦੇ ਸਿੰਘਾਂ ਨਾਲ ਵੀ ਬੜਾ ਪ੍ਰੇਮ ਸੀ। ਸੰਤ ਕਿਰਪਾਲ ਸਿੰਘ ਜੀ ਛੰਨਾ ਵਾਲਿਆਂ ਦੇ ਪਿਤਾ ਸੰਤ ਬਾਬਾ ਸ਼ਾਮ ਸਿੰਘ ਜੀ ਵੀ ਇੱਥੇ ਆਏ ਸਨ ਅਤੇ ਕਈ ਦਿਨ ਠਹਿਰੇ। ਇੱਥੇ ਹੋਰ ਵੀ ਬੇਅੰਤ ਨਾਮ ਰਸੀਏ, ਨਾਮਵਰ ਸ਼ਕਤੀਆਂ, ਨਾਮਵਰ ਵਿਅਕਤੀ ਇੱਥੇ ਦਰਸ਼ਨ ਦਿੰਦੇ ਰਹੇ। ਸੰਤ ਗਿਆਨ ਸਿੰਘ, ਸਰਦਾਰ ਗਿਆਨ ਸਿੰਘ ਜੀ ਰਾੜਾ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਦਾ ਮਾਮਾ ਲੱਗਦਾ ਸੀ। ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਤੋਂ ਉਪਦੇਸ਼ ਲੈ ਕੇ ਅੰਮ੍ਰਿਤ ਵੇਲੇ ਜਾਗ ਕੇ ਸਿਮਰਨ ਕਰਿਆ ਕਰਦੇ ਅਤੇ ਕਰਮਸਰ ਆ ਕੇ ਸ਼ਰਧਾ ਨਾਲ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰਦੇ ਸਨ। ਦੀਵਾਨ ਸੁਣਦਾ ਹੁੰਦਾ ਸੀ। ਉਹਨਾਂ ਦੇ ਉਦਮ ਨਾਲ ਹੀ ਅੱਜ ਰਾੜਾ ਸਾਹਿਬ, ਜਿੱਥੇ ਢੱਕ ਤੇ ਪਲਾਹਾਂ ਦੇ ਝੁੰਡ ਤੋਂ ਬਿਨਾ ਹੋਰ ਕੋਈ ਚੀਜ਼ ਨਜ਼ਰ ਹੀ ਨਹੀਂ ਸੀ ਆਉਂਦੀ, ਦਿਨ ਦੇ ਸਮੇਂ ਵੀ ਇਕੱਲੇ ਦੁਕੱਲੇ ਮੁਸਾਫਰ ਨਹਿਰ ਦੀ ਪਟੜੀ ਤੇ ਘੱਟ ਹੀ ਆਉਂਦੇ। ਅੱਜ ਪ੍ਰਤੱਖ ਮਾਤ ਲੋਕ ਉੱਤੇ ਬੈਠ ਕੇ ਕਸ਼ਮੀਰ ਦੀ ਸਿਨਰੀ ਦਾ ਨਮੂਨਾ ਦਿਸ ਰਿਹਾ ਹੈ। ਜਦੋਂ ਇਹ 1931 ਵਿੱਚ ਮੈਜਿਸਟ੍ਰੇਟ ਬਣ ਕੇ ਸੁਨਾਮ ਸ਼ਹਿਰ ਲੱਗੇ ਤਾਂ ਇਹਨਾਂ ਦੇ ਘਰ ਵੱਡੇ ਲੜਕੇ ਦਾ ਜਨਮ ਹੋਇਆ। ਹਜ਼ੂਰ ਦੇ ਚਰਨ ਪਾਉਣ ਅਤੇ ਅਖੰਡ ਪਾਠ ਵਾਸਤੇ ਫਿਰ ਬੇਨਤੀ ਕੀਤੀ। ਸੋ ਸਾਧ ਸੰਗਤ ਜੀ, ਬੜੀ ਕਿਰਪਾ ਹੋਈ। 151 ਨੰਬਰ ਅੰਗ ਤੱਕ ਆਪਾਂ ਨੇ ਵਿਚਾਰ ਕੀਤੀ ਹੈ। ਸਭ ਸੰਗਤਾਂ ਨੂੰ ਬੇਨਤੀ ਹੈ, ਜਿਵੇਂ ਅਸੀਂ ਇਹ ਉਪਰਾਲਾ ਸੰਗਤਾਂ ਦੇ ਹੁਕਮ ਅਤੇ ਸਲਾਹ ਮਸ਼ਵਰੇ ਦੇ ਨਾਲ ਕੀਤਾ ਹੈ, ਆਪ ਸੰਗਤਾਂ ਵੀ ਵੱਧ ਤੋਂ ਵੱਧ ਇਸ ਪੇਜ ਨੂੰ ਸੰਤ ਆਸ਼ਰਮ ਮਲੇਸ਼ੀਆ ਟੀਵੀ, ਇਸ ਚੈਨਲ ਨੂੰ ਫੇਸਬੁੱਕ ਤੇ ਵੀ ਔਰ YouTube ਤੇ ਵੀ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖੋ, ਬੈਲ ਆਈਕਨ ਦਬਾਓ ਤਾਂ ਕਿ ਰੋਜ਼ ਆਉਣ ਵਾਲੀ ਕਥਾ ਆਪ ਜੀਆਂ ਨੂੰ ਪ੍ਰਾਪਤ ਹੋ ਸਕੇ, ਤੁਸੀਂ ਲਾਹਾ ਲੈ ਸਕੋ। ਆਪ ਵੀ ਲਾਹਾ ਲਓ ਤੇ ਪੂਰੀ ਕਥਾ ਸੁਣਿਆ ਕਰੋ। ਅੱਧ ਵਿੱਚ ਅੱਧ ਸੁਣੋਗੇ, ਸਮਝ ਨਹੀਂ ਆਵੇਗਾ, ਇਤਿਹਾਸ ਤੋਂ ਵਾਕਿਫ ਨਹੀਂ ਹੋ ਸਕੋਗੇ। ਪੂਰੀ ਕਥਾ ਸੁਣੋਗੇ, ਘਰ ਵਿੱਚ ਚਲਾ ਦਿਆ ਕਰੋ, ਕਿਸੇ ਨਾ ਕਿਸੇ ਬਾਲਕ ਦੇ ਕੰਨਾਂ ਵਿੱਚ ਪੈ ਜਾਏਗੀ, ਕਿਸੇ ਨਾ ਕਿਸੇ ਬਾਲਕ ਦਾ, ਬਜ਼ੁਰਗ ਦਾ ਭਲਾ ਹੋ ਜਾਏਗਾ, ਕਿਸੇ ਨਾ ਕਿਸੇ ਨੂੰ ਤਾਂ ਸੰਤ ਮਰ ਦੀ ਮਹਿਮਾ ਸੁਣਨ ਦਾ ਸੁਭਾਗ ਸਮਾਂ ਮਿਲੇਗਾ ਹੀ ਮਿਲੇਗਾ। ਸੋ ਇਸ ਕਰਕੇ ਸਭ ਸੰਗਤਾਂ ਦਾ ਧੰਨਵਾਦ ਹੈ, ਜੋ ਕਿ 300 400 ਸੰਗਤਾਂ, ਕਈ ਵਾਰ 800 ਤੱਕ ਵੀ ਹੋ ਜਾਂਦੀਆਂ ਹਨ, ਪਰ 350 ਪ੍ਰੇਮੀ ਤਾਂ ਪੱਕੇ ਹੀ ਨੇ ਜਿਹੜੇ ਹਰ ਰੋਜ਼ ਇਹ ਕਥਾ ਸੁਣਦੇ ਨੇ। ਅਸੀਂ ਸਭਨਾਂ ਸੰਗਤਾਂ ਦੇ ਆਭਾਰੀ ਹਾਂ। ਸੰਤ ਆਸ਼ਰਮ ਮਲੇਸ਼ੀਆ ਵਾਲੇ ਕਣਗਸ ਤੋਂ ਅਸੀਂ ਸਾਰੀਆਂ ਸੰਗਤਾਂ ਦੇ ਜਥੇ ਸਮੇਤ ਧੰਨਵਾਦੀ ਹਾਂ। ਕੱਲ ਨੂੰ ਫਿਰ ਇੱਥੋਂ ਪ੍ਰਸੰਗ ਕਿਵੇਂ ਸੰਤ ਜੀ ਮਹਾਰਾਜ ਸੁਨਾਮ ਜਾਂਦੇ ਆ ਪਹਿਲੀ ਵਾਰੀ, ਉੱਥੇ ਜਾ ਕੇ ਕਿਹਨਾਂ ਕਿਹਨਾਂ ਸੰਗਤਾਂ ਦਾ ਭਲਾ ਕਰਦੇ, ਉਧਾਰ ਕਰਦੇ ਹਨ, ਇਹਦੀ ਵਿਚਾਰ ਕੱਲ ਕਰਾਂਗੇ। ਦੇਵੋ ਅਸੀਸ, ਬੁਲਾਓ ਫਤਿਹ ਸਾਹਿਬ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।